ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਸਾਰਿਆਂ ਦਾ। ਆਮ ਸ਼ੋਰ ਤੁਸੀਂ ਬਹੁਤ ਹੀ ਵਧੀਆ ਹੋਵੋਗੇ। ਬੈਕ ਟੂ ਅਨਦਰ ਵੀਡੀਓ। ਆਲਰੇਡੀ 2-4 ਵੀਡੀਓ ਸਾਡੇ ਐਕਸਪਰਟਸ ਦੇ ਨਾਲ ਆ ਚੁੱਕੀਆਂ ਨੇ YouTube ਤੇ। ਨਾਲ ਦੀ ਨਾਲ LMI ਇਮੀਗ੍ਰੇਸ਼ਨ ਦੇ ਰਿਲੇਟਿਡ ਵੀ ਵੀਡੀਓਜ਼ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹੀਏ। ਮਾਰਕੀਟ 'ਚ ਕਾਫੀ ਕੁਝ ਚੱਲ ਰਿਹਾ ਆ। ਬਹੁਤ ਜਲਦੀ ਤੁਹਾਨੂੰ ਇੱਕ ਇੰਸਟਾਗ੍ਰਾਮ 'ਤੇ ਵੀਡੀਓ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਮੈਂ ਦੱਸ ਰਿਹਾ ਹਾਂ ਕਿ ਜਿਹੜਾ $1500 ਦੇ ਵਿੱਚ ਕੁਛ ਇਮੀਗ੍ਰੇਸ਼ਨ ਏਜੰਟਸ ਜਿਹੜੇ ਹੈਗੇ ਆ ਕਿਸ ਤਰੀਕੇ ਨਾਲ ਇਨਫਲੂਐਂਸ ਕਰ ਰਹੇ ਹੈਗੇ ਆ ਅੱਜ ਕੱਲ੍ਹ ਦੇ ਸਟੂਡੈਂਟਸ ਨੂੰ। ਅਤੇ ਕੈਨੇਡਾ ਤੁਸੀਂ $1500 'ਚ ਪਹੁੰਚ ਸਕਦੇ ਹੋ, ਬਟ ਉਹਦੇ ਪਿੱਛੇ ਕਾਫੀ ਰੀਜ਼ਨਸ ਹੈਗੇ ਆ। ਸੋ ਉਹ ਸਾਰੇ ਤੁਹਾਨੂੰ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲਣਗੇ ਬਹੁਤ ਹੀ ਜਲਦੀ। ਔਰ ਬੈਕ ਟੂ YouTube। ਸੋ ਸਾਡੇ ਨਾਲ ਅੱਜ ਦੁਬਾਰਾ ਮੌਜੂਦ ਨੇ ਸਾਡੇ ਐਕਸਪਰਟ ਜਿਹੜੇ ਕਿ ਅੱਜ ਥੋੜ੍ਹਾ ਜਿਹਾ ਤੁਹਾਨੂੰ ਫਲੇਵਰ ਦੇਣਗੇ ਸਾਰੇ ਮੋਡਿਊਲਸ ਦੇ ਬਾਰੇ ਕਿ ਕਿੱਦਾਂ ਤਿਆਰੀ ਕੀਤੀ ਜਾ ਸਕਦੀ ਹੈ ਉਹਨਾਂ ਦੇ ਵਿੱਚ, ਕੀ ਟਿਪਸ ਨੇ ਸਪੈਸੀਫਿਕ ਮੋਡਿਊਲਸ ਦੀਆਂ, ਉਹਦੇ ਬਾਰੇ ਤੁਹਾਨੂੰ ਦੱਸਣਗੇ। ਸੋ ਅਮਿਤ ਜੀ, ਕੀ ਹਾਲ ਚਾਲ ਜੀ ਤੁਹਾਡਾ? Thank you, Mukul. Thanks for inviting me again. ਥੈਂਕ ਯੂ ਸੋ ਮਚ ਜੀ। ਕਿਹਦਾ ਰਿਹਾ ਤੁਹਾਡਾ ਵੀਕ ਤੁਸੀਂ? It was pretty good. Thank you. ਔਰ ਤੁਹਾਡੇ ਜਿਹੜੇ ਆਉਣ ਵਾਲੇ ਜਾਂ ਚੱਲ ਰਹੇ ਬੈਚਿਸ ਨੇ ਉਹ ਕਿਸ ਤਰੀਕੇ ਨਾਲ ਚੱਲ ਰਹੇ ਨੇ? Yeah, ਕਾਫੀ ਬਿਜ਼ੀ ਚੱਲ ਰਿਹਾ ਬਟ ਅੱਛਾ ਹੈ, ਬਿਜ਼ੀ ਹੁੰਦਾ ਤੇ ਟਾਈਮ ਦਾ ਨਹੀਂ ਪਤਾ ਚੱਲਦਾ। ਐਂਡ ਦੈਨ ਆਫ ਕੋਰਸ ਹਰ ਬੈਚ ਤੋਂ ਹਰ ਇੱਕ ਸਟੂਡੈਂਟ ਤੋਂ ਹਰ ਵਾਰੀ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਬਿਲਕੁਲ ਬਿਲਕੁਲ। ਸੋ ਔਰ ਸਾਨੂੰ ਵੀ ਕਾਫੀ ਰਿਵਿਊਜ਼ ਨਾਲ ਦੀ ਨਾਲ ਆ ਰਹੇ ਨੇ ਕਿ ਭਾਜੀ ਹੁਣੀ ਬਹੁਤ ਵਧੀਆ ਜਿਹੜੀ ਆ ਉਹ ਟ੍ਰੇਨਿੰਗ ਦੇ ਰਹੇ ਨੇ। ਔਰ ਆਮ ਸ਼ੋਰ ਤੁਹਾਡੇ 'ਚ ਖਾਸੀਅਤ ਹੈਗੀ ਆ, ਪਿਛਲੇ 15-20 ਸਾਲ ਤੋਂ ਤੁਸੀਂ ਇਹ ਕਹਿ ਲਓ ਇਹ 'ਚ ਦੌੜ 'ਚ ਲੱਗੇ ਹੋਏ ਹੋ ਅਤੇ ਵੀ ਰੀਅਲੀ ਐਪਰੀਸ਼ੀਏਟ। ਅੱਜ ਦੀ ਜਿਹੜੀ ਵੀਡੀਓ ਆਪਾਂ ਕਰਾਂਗੇ, ਆਪਾਂ ਮੇਨਲੀ ਕੋਸ਼ਿਸ਼ ਕਰਨੀ ਹੈਗੀ ਆ ਕਿ ਸਾਰੇ ਮੋਡਿਊਲਸ ਦੇ ਉੱਤੇ ਤੁਸੀਂ ਥੋੜ੍ਹੀ ਸਾਨੂੰ ਟਿਪਸ ਦਿਓ, ਟ੍ਰਿਕਸ ਦਿਓ ਕਿਸ ਤਰੀਕੇ ਨਾਲ ਬੱਚੇ ਜਿਹੜੇ ਆ ਚੀਜ਼ਾਂ ਨੂੰ ਕਰੈਕ ਕਰ ਸਕਣ। ਸੋ ਅੱਜ ਦੀ ਜਿਹੜੀ ਆਪਾਂ ਗੱਲ ਕਰਾਂਗੇ, ਕੋਈ ਸਵਾਲ ਜਿਹੜੇ ਓਬਵੀਅਸਲੀ ਜੇ ਨਾਲ ਦੀ ਨਾਲ ਕੋਈ ਸਾਨੂੰ ਭੇਜਣਾ ਚਾਹ ਰਿਹਾ ਤੇ WhatsApp ਦੇ ਉੱਤੇ ਸਾਡੇ ਮੈਸੇਜ ਕਰ ਸਕਦਾ ਆ ਤੇ ਅਸੀਂ ਨਾਲ ਦੀ ਨਾਲ ਉਹ ਵੀ ਪੁੱਛ ਸਕਦੇ ਹੈਗੇ ਆ। ਸੋ ਬਿਗਨ ਵਿਦ ਦੈਟ ਕਿ ਆਪਾਂ ਗੱਲ ਕਰੀਏ ਜੇ IELTS ਦੀ ਜਿਹੜੀ ਕੋਚਿੰਗ ਹੈਗੀ ਆ ਉਹਦੇ 'ਚ ਸਭ ਤੋਂ ਜਿਹੜਾ ਕਹਿ ਲਓ ਜਿਹਦੇ ਬੱਚਾ ਡਰਦਾ ਆ ਉਹ ਹੈਗੀ ਸਪੀਕਿੰਗ। ਕਿਉਂਕਿ ਥਿਓਰੈਟੀਕਲ ਕੰਮ ਤਾਂ ਬੱਚੇ ਕਰ ਲੈਂਦੇ ਆ, ਬਟ ਜਦੋਂ ਗੱਲ ਆਉਂਦੀ ਆ ਇੱਕ ਟ੍ਰੇਨਰ ਜਾਂ ਇੱਕ ਜਿਹੜਾ ਉੱਥੇ ਇਨਵਿਜੀਲੇਟਰ ਹੈਗਾ ਉਹਦੇ ਸਾਹਮਣੇ ਜਾ ਕੇ ਜਦੋਂ ਸਪੀਕਿੰਗ ਦੀ ਟ੍ਰੇਨਿੰਗ ਦੇਣੀ ਹੈਗੀ ਆ, ਉਹ ਕਹਿ ਲਓ ਬਹੁਤ ਹੀ ਉਹਨੂੰ ਮੁਸ਼ਕਿਲ ਲੱਗ ਰਹੀ ਆ। ਸੋ ਕਿਉਂਕਿ ਆਪਣੇ ਬੱਚੇ ਕਹਿ ਲਓ ਉੱਥੇ ਪੰਜਾਬੀ ਮੀਡੀਅਮ ਸਕੂਲਾਂ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਔਰ ਬਾਹਰ ਆਉਣਾ ਚਾਹੁੰਦੇ ਆ। ਸੋ ਉਹਦੇ ਵਿੱਚ ਕੀ ਐਸੀ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਕੀ ਸਟਰਗਲ ਹੈਗੀ ਆ ਰਿਗਾਰਡਿੰਗ ਪ੍ਰੋਨਾਂਸੀਏਸ਼ਨ ਕਹਿ ਲਓ ਜਾਂ ਐਕਸੈਂਟ ਕਹਿ ਲਓ, ਉਹਦੇ ਵਿੱਚ ਥੋੜ੍ਹਾ ਜਿਹਾ ਅੱਜ ਜਾਣਨ ਪਾਓ। ਐਕਚੁਅਲੀ ਮੁਕੁਲ, ਜਦੋਂ ਅਸੀਂ ਆਪਣਾ ਸਪੀਕਿੰਗ ਮੋਡਿਊਲ ਸ਼ੁਰੂ ਕਰੀਦਾ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਕੋਸ਼ਿਸ਼ ਇਹ ਕਰੀਦੀ ਹੈ ਕਿ ਬੱਚੇ ਨੇ ਜੋ ਲਰਨ ਕੀਤਾ ਹੈ ਸਕੂਲ ਵਿੱਚ ਉਹਨੂੰ ਥੋੜ੍ਹਾ ਜਿਹਾ ਪਹਿਲੇ ਅਨਲਰਨ ਕਰਾਈਏ। ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਕਿ ਸ਼ੁਰੂ ਤੋਂ ਹੀ ਇੰਡੀਅਨ ਸਕੂਲ ਵਿੱਚ ਸਿਖਾਇਆ ਜਾਂਦਾ ਹੈ ਕਿ A ਫॉर ਐਪਲ ਹੈ, B ਫॉर ਬੈਟ ਹੈ, C ਫॉर ਕੈਟ ਹੈ, ਰਾਈਟ। ਅਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਇਹ ਕੋਸ਼ਿਸ਼ ਕਰੀਦੀ ਹੈ ਪੁਸ਼ ਕਰਨ ਦੀ ਕਿ ਤੁਸੀਂ ਉਸ ਚੀਜ਼ ਤੋਂ ਬਾਹਰ ਨਿਕਲੋ ਕਿ ਇਹ ਸਿਰਫ ਲੈਟਰਸ ਆਫ ਇੰਗਲਿਸ਼ ਅਲਫਾਬੈਟ ਨਹੀਂ ਹੈ, ਤੁਸੀਂ ਸਾਊਂਡ ਵੱਲ ਧਿਆਨ ਦਿਓ। ਰਾਈਟ। ਕਿ A ਫॉर ਐਪਲ ਨਹੀਂ ਹੈ, A ਫॉर ਅ ਹੈ, B ਫॉर ਬੈਟ ਨਹੀਂ ਹੈ, B ਫॉर ਬ ਹੈ, C ਫॉर ਕੈਟ ਨਹੀਂ ਹੈ, ਕ ਹੈ। ਸੋ ਕੋਸ਼ਿਸ਼ ਕਰੀਦੀ ਹੈ ਕਿ ਉਹ ਸਾਊਂਡਸ ਜਿਹੜੇ ਹੈਗੇ ਆ ਉਹਦੇ ਨਾਲ ਫੈਮਿਲੀਅਰਾਈਜੇਸ਼ਨ ਕਰਾਈ ਜਾਏ ਜੀ। ਉਹਦੇ ਇਲਾਵਾ ਥੋੜ੍ਹੀ ਜਿਹੀ ਨਾਲ ਇਹ ਪ੍ਰੈਕਟਿਸ ਬੜੀ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕੋਈ ਕੁਛ ਕੰਟੈਂਟ ਦੇਖ ਰਹੇ ਹੋ ਅੱਜ ਕੱਲ੍ਹ YouTube 'ਤੇ ਹੋਰ ਬੜੇ ਅਦਰ ਪਲੇਟਫਾਰਮਸ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਵਿੱਚ ਬੜਾ ਕੰਟੈਂਟ ਅਵੇਲੇਬਲ ਹੈ। ਕੋਸ਼ਿਸ਼ ਕਰੋ ਜੇ ਤੁਸੀਂ ਇੰਗਲਿਸ਼ ਦੀ ਪ੍ਰੈਕਟਿਸ ਕਰ ਰਹੇ ਹੋ ਤਾਂ ਫਿਰ ਥੋੜ੍ਹਾ ਜਿਹਾ ਕੰਟੈਂਟ ਵੀ ਇੰਗਲਿਸ਼ ਦਾ ਦੇਖੋ। ਹੋਰ ਉਹਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਕਿਸੇ ਚੀਜ਼ ਨੂੰ ਕਿਸੇ ਵਰਡ ਨੂੰ ਪ੍ਰੋਨਾਊਂਸ ਕਰ ਰਿਹਾ। ਇਨਫੈਕਟ ਤੁਸੀਂ ਜੇ YouTube 'ਤੇ ਦੇਖੋ ਤੇ ਤੁਸੀਂ ਸਿਰਫ ਪ੍ਰੋਨਾਂਸੀਏਸ਼ਨ ਲਈ ਵੀ ਵੀਡੀਓ ਚੈੱਕ ਕਰ ਸਕਦੇ ਹੋ। ਇੱਥੇ ਮੈਂ ਤੁਹਾਨੂੰ ਮਾੜਾ ਜਿਹਾ ਪੁੱਛਣਾ ਚਾਹੁੰਦਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੰਗਲਿਸ਼ ਦੇ ਵਿੱਚ ਆਪਾਂ ਉਹਨਾਂ ਨੂੰ ਦੱਸੀਏ, ਸੋ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਆਪਾਂ ਥੋੜ੍ਹਾ ਜਿਹਾ ਜਿਹੜੇ ਮੋਡਿਊਲਸ ਨੇ ਜਾਂ ਜਿਹੜੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਉਹ ਆਪਾਂ ਵਾਈ ਨਾਟ ਇੰਗਲਿਸ਼ ਦੇ ਵਿੱਚ ਵੀ ਕਰੀਏ ਤਾਂ ਕਿ ਜਿਹੜੇ ਤੁਹਾਡੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਮੇਬੀ ਕਿਤੇ ਨਾ ਕਿਤੇ ਕੁਝ ਹੈਲਪ ਹੋ ਸਕੇ? ਆਫ ਕੋਰਸ ਦੇਖੋ ਆਬਜੈਕਟਿਵ ਐਸ ਪੂਰੇ ਦੇ ਪੂਰੇ ਇੱਕ ਪੋਡਕਾਸਟ ਦਾ ਇਹ ਸੀਗਾ ਕਿ ਟੂ ਰੀਚ ਆਊਟ ਟੂ ਮੈਕਸਿਮਮ ਸਟੂਡੈਂਟਸ ਜਿਹੜੇ ਆਲਰੇਡੀ ਸਟਰਗਲ ਕਰ ਰਹੇ ਆ। But of course, if it requires for us to continue the same podcast in English language, we can always do that. But the idea is ਕਿ ਜਦੋਂ ਤੁਸੀਂ observe ਕਰਦੇ ਹੋ, ਸਭ ਤੋਂ ਪਹਿਲਾਂ ਤਾਂ ਦੇਖੋ ਸਪੀਕਿੰਗ ਵਿੱਚ ਜਿਹੜਾ ਹੈਗਾ ਨਾ ਉਹ ਸਾਊਂਡਸ ਦਾ ਬੜਾ ਇੰਪੋਰਟੈਂਟ ਰੋਲ ਹੈ। ਹੋਰ ਦੂਸਰਾ ਹੈ ਕਿ ਜਿਹੜੀ ਯੂਜੂਅਲੀ ਮੇਰੀ ਹਰ ਇੱਕ ਸਟੂਡੈਂਟ ਨੂੰ ਇਹ ਰਿਕੁਐਸਟ ਹੁੰਦੀ ਹੈ ਕਿ ਤੁਹਾਨੂੰ ਆਪਣੀ ਆਵਾਜ਼ ਜਿਹੜੀ ਹੈ ਉਹ ਤੁਹਾਡੇ ਕੰਨਾਂ 'ਚ ਪਾਉਣ ਦੀ ਆਦਤ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ। ਕਿਉਂਕਿ ਜਦੋਂ ਤੁਸੀਂ ਇੱਕ IELTS ਦਾ ਜਿਹੜਾ ਇਨਵਿਜੀਲੇਟਰ ਹੈ ਉਹਦੇ ਸਾਹਮਣੇ ਤੁਸੀਂ ਇੱਕ ਸਪੀਕਿੰਗ ਮੋਡਿਊਲ ਦੀ ਤਿਆਰੀ ਕਰਕੇ ਕਿਸੇ ਵੀ ਟੌਪਿਕ 'ਤੇ ਰੈਂਡਮਲੀ ਬੋਲ ਰਹੇ ਹੋ ਅਤੇ ਉਸ ਵੇਲੇ ਸਭ ਤੋਂ ਵੱਡਾ ਕੌਨਫੀਡੈਂਸ ਨੂੰ ਜਿਹੜਾ ਹਿੱਟ ਆਉਂਦਾ ਹੈ ਬੰਦੇ ਦਾ ਉਹ ਇਹ ਆਉਂਦਾ ਹੈ ਕਿ ਕਿਉਂਕਿ ਉਹਨੂੰ ਆਦਤ ਨਹੀਂ ਹੁੰਦੀ ਆਪਣੀ ਆਵਾਜ਼ ਇੰਗਲਿਸ਼ ਵਿੱਚ ਸੁਣਨ ਦੀ।
fluently. I think ਉਹ ਜਿਹੜਾ ਹੈ confidence ਵੀ ਸ਼ਾਇਦ ਆਪਣੇ ਬੱਚਿਆਂ ਦਾ It has a lot to do drop with ਕਰਦਾ ਹੈ। confidence. 100%. It has a lot to do with confidence. ਇਸੀ ਕਰਕੇ ਕਈ ਇਸ ਤਰ੍ਹਾਂ ਦੇ ਟ੍ਰੇਨਰਸ ਕਹਿੰਦੇ ਆ ਕਿ ਮਿਰਰ ਅੱਗੇ ਖੜੇ ਹੋ ਜਾਓ, ਕਿਸੇ ਵੀ ਰੈਂਡਮ ਟੌਪਿਕ ਤੇ ਆਪਣੇ 4-5 ਪੁਆਇੰਟਸ ਬਣਾ ਕੇ ਉਹਨੂੰ ਬੋਲੋ, ਥੋੜਾ ਜਿਹਾ ਐਕਸਟੈਂਪਰੀ ਬੋਲੋ, ਵਿਦਆਊਟ ਪ੍ਰੈਪਰੇਸ਼ਨ ਬੋਲਣ ਦੀ ਕੋਸ਼ਿਸ਼ ਕਰੋ। ਰਾਈਟ। ਸੋ ਉਹਦਾ ਆਬਜੈਕਟਿਵ ਜਿਹੜਾ ਹੁੰਦਾ ਹੈ ਉਹ ਕੌਨਫੀਡੈਂਸ ਹੀ ਹੁੰਦਾ ਹੈ, ਤਾਂ ਕਿ ਤੁਹਾਨੂੰ ਆਪਣੀ ਆਵਾਜ਼ ਸੁਣਨ ਦੀ ਇੱਕ ਆਦਤ ਪੈਂਦੀ ਹੈ ਇੱਕ ਦੂਸਰੀ ਲੈਂਗੁਏਜ ਵਿੱਚ। ਜੀ, ਜਦੋਂ ਮੈਂ ਵੀ ਅੱਜ ਤੋਂ 11 ਸਾਲ ਪਹਿਲਾਂ ਆਇਲ ਸ਼ੁਰੂ ਕੀਤੀ, ਮੇਰੇ ਵੀ ਦੋਸਤ ਨੇ ਮੈਨੂੰ ਇਹੀ ਗਾਈਡ ਕੀਤਾ ਸੀਗਾ ਕਿ ਤੂੰ ਕਹਿੰਦਾ ਇੰਗਲਿਸ਼ ਸੌਂਗਸ ਨੂੰ ਸੁਣਿਆ ਕਰ, ਇਹ ਨਾ ਤੇ ਇੰਗਲਿਸ਼ ਬੋਲਿਆ ਕਰ, ਕਲਾਸ 'ਚ ਡਰਿਆ ਨਾ ਕਰ ਬਿਲਕੁਲ ਕਿ ਤੈਨੂੰ ਕੋਈ ਕਰੈਕਟ ਕਰੂਗਾ। ਬਿਲਕੁਲ। ਸੋ ਆਈ ਥਿੰਕ ਇਹੀ ਚੀਜ਼ ਆਪਣੇ ਬੱਚਿਆਂ ਨੂੰ ਵੀ ਕੰਟੀਨਿਊ ਕਰਨੀ ਚਾਹੀਦੀ ਹੈ। ਐਕਚੁਅਲੀ ਦਿਸ ਇਜ਼ ਆਲ ਅਬਾਊਟ ਓਵਰਕਮਿੰਗ ਯੋਰ ਫੀਅਰਸ, ਕਿ ਤੁਹਾਨੂੰ ਜਿਸ ਚੀਜ਼ ਦਾ ਤੁਹਾਨੂੰ ਡਰ ਜਾਂ ਭੈ ਲੱਗਦਾ, ਤੁਸੀਂ ਉਹਨੂੰ ਇੱਕ ਵਾਰੀ ਟਰਾਈ ਜ਼ਰੂਰ ਕਰੋ, ਕਿਉਂਕਿ ਇਹਨੂੰ ਬਹੁਤ ਵੱਡਾ ਹਵਾ ਨਾ ਬਣਾਓ। ਜਸਟ ਇਨ ਕੇਸ ਤੁਹਾਨੂੰ ਫਿਰ ਵੀ ਹੈਲਪ ਚਾਹੀਦੀ ਹੈ, ਅੱਜ ਕੱਲ੍ਹ ਤੇ ਕਾਫੀ ਕੰਟੈਂਟ ਜਿਹੜਾ ਹੈਗਾ YouTube ਤੇ ਅਵੇਲੇਬਲ ਹੈ, ਹੋਰ ਆਨਲਾਈਨ ਪਲੇਟਫਾਰਮਸ ਤੇ ਕਾਫੀ ਈਜ਼ੀਲੀ ਅਵੇਲੇਬਲ ਹੈ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ that I wanted to share with you. I was just watching some of these videos ਕਿ ਜਿਸ ਤਰ੍ਹਾਂ ਕਈ ਲੋਕਾਂ ਨੇ ਇੱਥੇ ਤੱਕ ਪਾਏ ਹੋਏ ਹੈ ਪ੍ਰੋਨਾਂਸੀਏਸ਼ਨ ਦੇ ਛੋਟੇ ਵੀਡੀਓਜ਼, ਔਰ ਉਹ ਵੀਡੀਓਜ਼ ਦੀ ਜਿਹੜੀ ਡਿਊਰੇਸ਼ਨ ਹੈ ਉਹ 30 seconds to 1 minute ਹੁੰਦੀ ਹੈ। ਕਿ ਜਿੰਨੇ ਵੀ ਇੰਟਰਨੈਸ਼ਨਲ ਫੋਰ ਐਗਜ਼ਾਮਪਲ ਬ੍ਰਾਂਡਸ ਨੇ, ਰਾਈਟ, ਕਿ ਉਹਨਾਂ ਦੀ ਕਰੈਕਟ ਪ੍ਰੋਨਾਂਸੀਏਸ਼ਨ ਕੀ ਹੋਏਗੀ, ਰਾਈਟ। ਸੋ ਤੁਸੀਂ ਇਸ ਤਰ੍ਹਾਂ ਦੇ ਹੋਰ ਸਿਰਫ ਬ੍ਰਾਂਡਸ ਦੇ ਰਿਲੇਟਡ ਨਹੀਂ ਹੈਗੇ, ਹਰ ਚੀਜ਼ ਦੀ ਪ੍ਰੋਨਾਂਸੀਏਸ਼ਨ ਜਿਹੜੀ ਆ ਉਹਦਾ ਉਹਨੂੰ ਤੁਸੀਂ ਸੁਣ ਸਕਦੇ ਹੋ। ਆਲ ਯੂ ਹੈਵ ਟੂ ਡੂ ਇਜ਼ ਜਸਟ ਟਾਈਪ ਇਨ ਦੈਟ ਵਰਡ ਔਨ ਗੂਗਲ, ਤੇ ਗੂਗਲ ਤੁਹਾਨੂੰ ਆਟੋਮੈਟਿਕਲੀ ਆਪਸ਼ਨ ਦਿੰਦਾ ਹੈ ਕਿ ਤੁਸੀਂ ਨਾ ਹੀ ਸਿਰਫ ਉਹਦੀ ਪ੍ਰੋਨਾਂਸੀਏਸ਼ਨ, ਜੇ ਤੁਹਾਨੂੰ ਉਹਦੇ ਉਹਨੂੰ ਪੜ੍ਹਨਾ ਆਉਂਦਾ ਹੈ, ਫੋਨੈਟਿਕਸ ਪੜ੍ਹਨੇ ਆਉਂਦੇ ਹੈ, ਸੋ ਤੁਸੀਂ ਉੱਥੋਂ ਸਮਝ ਸਕਦੇ ਹੋ। ਜੇ ਨਹੀਂ ਆਉਂਦੇ ਹੈ ਤੇ ਤੁਹਾਨੂੰ ਈਜ਼ੀਲੀ ਅਵੇਲੇਬਲ ਹੈ, ਆਲ ਯੂ ਹੈਵ ਟੂ ਡੂ ਇਜ਼ ਜਸਟ ਕਲਿੱਕ ਦ ਬਟਨ, ਔਰ ਉੱਥੋਂ ਤੁਹਾਨੂੰ ਇਮੀਡੀਏਟਲੀ ਤੁਹਾਨੂੰ ਇੱਕ ਰਿਕਾਰਡਡ ਵੌਇਸ ਆਉਂਦੀ ਹੈ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਦੀ ਕਰੈਕਟ ਪ੍ਰੋਨਾਂਸੀਏਸ਼ਨ ਕੀ ਹੈ। ਔਰ ਆਈ ਥਿੰਕ ਅੱਜ ਦੀ ਡੇਟ 'ਚ ਕੰਟੈਂਟ ਵੀ ਇੰਨਾ ਹੋ ਗਿਆ ਹੈਗਾ ਕਿ ਬੱਚਾ ਕੁਝ ਵੀ ਲੱਭ ਸਕਦਾ ਹੈਗਾ। ਐਬਸੋਲੂਟਲੀ। ਬਟ ਲੇਕਿਨ ਇਹ ਹੈ ਕਿ ਕਿਹੜੀ ਇਨਫੋਰਮੇਸ਼ਨ ਨੂੰ ਸਹੀ ਮਿਲਣੀ ਚਾਹੀਦੀ ਹੈ, ਉਹਦੇ ਵਿੱਚ ਇੱਕ ਕੋਚ ਜਾਂ ਇੱਕ ਟਿਊਟਰ ਦਾ ਜਿਹੜਾ ਆ ਬਹੁਤ ਵੱਡਾ ਰੋਲ ਹੈਗਾ। ਬਿਲਕੁਲ। ਬਟ ਐਟ ਦ ਸੇਮ ਟਾਈਮ ਇਹ ਜ਼ਰੂਰ ਕੋਸ਼ਿਸ਼ ਹੁੰਦੀ ਹੈ ਕਿ everything is based on your efforts, ਕਿ ਤੁਸੀਂ ਕਿੱਥੋਂ ਆਈਡੈਂਟੀਫਾਈ ਕਰਦੇ ਹੋ ਆਪਣੀ ਪ੍ਰੋਬਲਮ। ਦੇਖੋ ਆਇਲਟਸ ਦੀ ਕਿਸੇ ਵੀ ਐਗਜ਼ਾਮ ਦੀ, ਭਾਵੇਂ ਉਹ PT ਹੋ ਗਏ ਜਾਂ ਆਇਲਟਸ ਹੋ ਗਏ ਜਾਂ ਹੋਰ ਵੀ ਕੋਈ ਐਗਜ਼ਾਮਸ ਹੋ ਗਏ, ਮੋਸਟ ਇੰਪੋਰਟੈਂਟਲੀ ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਤਿਆਰੀ ਕਰਨੀ, ਜਿਹੜਾ ਤੁਹਾਡੀ ਤਿਆਰੀ ਦਾ ਬੇਸ ਹੈ ਉਹ ਕੀ ਹੋਣਾ ਚਾਹੀਦਾ। ਕਿਉਂਕਿ ਜਿਸ ਤਰ੍ਹਾਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਆਨਲਾਈਨ ਵੀ ਤੁਹਾਡੇ ਕੋਲ ਸਰਵਿਸਿਜ਼ ਬਹੁਤ ਅਵੇਲੇਬਲ ਹੈ, ਸਿਰਫ ਉੱਥੇ ਹੀ ਕਿਆ ਮਿਸਿੰਗ ਹੁੰਦੀ ਹੈ ਕਿ ਤੁਹਾਨੂੰ ਕੋਈ ਅਸੈਸ ਕਰਕੇ ਕਰੈਕਟ ਕਰਕੇ ਦੱਸਣ ਵਾਲਾ ਨਹੀਂ ਹੈ। ਬਿਲਕੁਲ, ਕਿਉਂਕਿ ਅੱਜ ਕੱਲ੍ਹ ਭਾਵੇਂ ਟਾਈਮ ਕਹਿ ਲਓ ਆਰਟੀਫਿਸ਼ੀਅਲ ਇੰਟੈਲੀਜੈਂਸ ਇਹਦਾ ਆ ਚੁੱਕਾ ਹੈ, ਬਟ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਹਿਊਮਨ ਬੋਡੀ ਚਾਹੀਦੀ ਹੈਗੀ ਹੈ ਜਿਹੜੀ ਕਿ ਤੁਹਾਨੂੰ ਕਰੈਕਟ ਕਰ ਸਕੇ, ਤੁਹਾਨੂੰ ਗਾਈਡ ਕਰ ਸਕੇ। ਯੈਸ 100% ਆਫ ਕੋਰਸ ਉਹ ਹਿਊਮਨ ਟੱਚ ਜਿਹੜਾ ਹੈ ਉਹ ਕੋਈ ਸਿਸਟਮ ਨਹੀਂ ਲਿਆ ਸਕਦਾ। ਬਿਲਕੁਲ ਬਹੁਤ ਵਧੀਆ। ਤੇ ਨਾਲ ਦੀ ਨਾਲ ਅੱਗੇ ਚੱਲਦੇ ਰਹਾਂਗੇ, ਸਵਾਲ ਬਹੁਤ ਨੇ, ਬਟ ਅਗਲਾ ਸਵਾਲ ਜਿਹੜਾ ਹੁਣ ਜਿੱਦਾਂ ਆਪਾਂ ਸਪੀਕਿੰਗ ਤੇ ਥੋੜੀ ਡਿਸਕਸ਼ਨ ਕੀਤੀ ਹੈ, ਹੁਣ ਇਹੀ ਅਗਰ ਆਪਾਂ ਰੀਡਿੰਗ ਦੇ ਉੱਤੇ ਥੋੜੀ ਜਿਹੀ ਡਿਸਕਸ਼ਨ ਕਰੀਏ ਕਿ ਜਦੋਂ ਬੱਚਾ ਪੈਸੇਜ ਪੜ੍ਹਦਾ ਹੀ ਆ, ਸ਼ੁਰੂ ਹੀ ਕਰਦਾ ਹੈ, ਤੇ ਉਸ ਤੋਂ ਨਾਲ ਹੀ ਉਹਨੂੰ ਲੱਗਦਾ ਹੈ ਕਿ ਉਹ ਆਇਡੈਂਟੀਫਾਈ ਨਹੀਂ ਕਰ ਪਾ ਰਿਹਾ ਕਿ ਕੀ ਉਹ 'ਚ ਉਹਨੇ ਲੱਭਣਾ ਹੈਗਾ। ਸੋ ਬਹੁਤ ਸਾਰੇ ਬੱਚੇ ਜਿਹੜੇ ਕੀ ਹੈ ਇਹਦੇ ਵਿੱਚ ਰੱਟਾ ਮਾਰ ਲੈਂਦੇ ਹੈਗੇ, ਜਾਂ ਫਿਰ ਜੋ ਕੁਐਸਚਨਸ ਦੇ ਵਿੱਚ ਸੇਮ ਵਰਡਸ ਲਿਖੇ ਹੁੰਦੇ ਆ ਉਹੀ ਪਿਕ ਕਰਦੇ ਆ ਕਿ ਪੈਰਾਗ੍ਰਾਫ 'ਚ ਉਹ ਵਰਡ ਮਿਲ ਜਾਣ ਤੇ ਆਪਾਂ ਉਹਦਾ ਆਨਸਰ ਉੱਥੋਂ ਲਿਖ ਦਈਏ। ਬਟ ਇਜ਼ ਦਿਸ ਦ ਰਾਈਟ ਵੇ? ਐਕਚੁਅਲੀ ਮੁਕੁਲ, ਮੈਂ ਇਹਦਾ ਜਵਾਬ ਦਿੰਦਾ ਬਿਲਕੁਲ ਇੱਕ ਸਿੰਪਲ ਤਰੀਕਾ ਮੈਂ ਆਈਡ ਲਾਈਕ ਟੂ ਸ਼ੇਅਰ। ਉਹ ਕਹਿੰਦੇ ਨੇ ਡਿਫਰੈਂਟ ਸਟ੍ਰੋਕਸ ਫॉर ਡਿਫਰੈਂਟ ਫੋਕਸ। ਹਰ ਬੰਦਾ ਆਪਣੇ ਤਰੀਕੇ ਨਾਲ ਸਿੱਖਦਾ ਹੈ। ਮੈਂ ਆਈ ਗਿਵ ਐਨ ਐਗਜ਼ਾਮਪਲ ਵਿਦਆਊਟ ਡਾਈਵਰਜਿੰਗ ਇਨਟੂ ਅ ਲੋਟ ਆਫ ਡੀਟੇਲਸ, ਬਟ ਮੋਸਟ ਇੰਪੋਰਟੈਂਟਲੀ ਹੁੰਦਾ ਕੀ ਹੈ ਕਿ ਜਦੋਂ ਅਸੀਂ ਰੀਡਿੰਗ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਇੱਕ ਚੈਲੰਜ ਆਉਂਦਾ ਜਿਸ ਤਰ੍ਹਾਂ ਪੈਸੇजेस ਨੇ। ਸਭ ਤੋਂ ਪਹਿਲੇ ਇਹ ਜ਼ਰੂਰੀ ਹੈ ਜਾਣਨਾ ਕਿ ਜੇ ਤੁਹਾਨੂੰ 3 ਪੈਸੇਜ ਦੀ ਜਿਹੜੀ ਚੋਇਸ ਮਿਲੀ ਹੈ ਉਹਦੇ ਵਿੱਚੋਂ ਜਿਹੜਾ ਇੱਕ ਸਪੀਡ ਰੀਡਿੰਗ ਕਰਨੀ ਹੈ, ਕਈ ਇਸ ਤਰ੍ਹਾਂ ਦੇ ਸਟੂਡੈਂਟਸ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਮੈਂ ਸਪੀਡ ਰੀਡਿੰਗ ਨਹੀਂ ਕਰ ਸਕਦਾ, ਮੈਨੂੰ ਬੜਾ ਕੇਅਰਫੁਲ ਰੀਡਿੰਗ ਕਰਨੀ ਪੈਂਦੀ ਹੈ ਔਰ ਇਮੀਡੀਏਟਲੀ ਮੈਨੂੰ ਉਹਦੇ ਜਵਾਬ ਆਪਣੇ ਲੱਭ ਕੇ ਲਿਖਣੇ ਪੈਂਦੇ ਆ। ਸੋ ਹੋਰ ਕਈ ਕਹਿੰਦੇ ਆ ਕਿ ਨਹੀਂ, ਸਪੀਡ ਰੀਡਿੰਗ ਨਾਲ ਮੈਨੂੰ ਥੋੜ੍ਹਾ ਜਿਹਾ ਆਈਡੀਆ ਆ ਜਾਂਦਾ ਹੈ ਕਿ ਮੈਂ ਮਤਲਬ ਆਪਣੇ ਆਨਸਰਸ ਲੱਭਣੇ ਮੈਨੂੰ ਈਜ਼ੀ ਲੱਗਦੇ ਆ। ਓਕੇ। ਇੱਕ ਸਟੂਡੈਂਟ ਨਾਲ ਮੇਰੀ ਹੁਣੇ ਲੇਟਲੀ ਕੁਝ ਗੱਲ ਹੋਈ ਤੇ ਮੈਂ ਉਹਨਾਂ ਨੂੰ ਇਹ ਆਪਸ਼ਨ ਦਿੱਤੀ। ਮੈਂ ਕਿਹਾ ਤੁਸੀਂ, ਕਿਉਂਕਿ ਉਹਨਾਂ ਨੂੰ ਪੈਸੇਜ ਰੀਡਿੰਗ ਵਿੱਚ ਜ਼ਿਆਦਾ ਪ੍ਰੋਬਲਮ ਨਹੀਂ ਸੀਗੀ, ਲੇਕਿਨ ਉਹਨਾਂ ਨੂੰ ਸਭ ਤੋਂ ਵੱਡਾ ਚੈਲੰਜ ਆ ਰਿਹਾ ਸੀਗਾ ਟਾਈਮ ਮੈਨੇਜਮੈਂਟ ਦੇ ਉੱਤੇ। ਓਕੇ। ਤੇ ਮੈਂ ਉਹਨਾਂ ਨੂੰ ਇਹ ਜ਼ਰੂਰ ਆਈਡੀਆ ਦਿੱਤਾ ਕਿ ਜੇ ਤੁਸੀਂ ਸਪੀਡ ਰੀਡਿੰਗ ਕਰਦੇ ਹੋ ਜਾਂ ਕੇਅਰਫੁਲ ਰੀਡਿੰਗ ਕਰਦੇ ਹੋ, ਦੈਟਸ ਟੋਟਲੀ ਅਪ ਟੂ ਯੂ ਐਸ ਲੌਂਗ ਐਜ਼ ਯੂ ਮੈਨੇਜਿੰਗ ਯੋਰ ਟਾਈਮ। ਲੇਕਿਨ ਉਹਦੀ ਛੋਟੀ ਜਿਹੀ ਸਟ੍ਰੈਟਜੀ ਅਪਣਾ ਸਕਦੇ ਹੋ ਕਿ ਜੇ ਤੁਸੀਂ ਇੱਕ ਫਸਟ ਪੈਸੇਜ ਜਿਹੜਾ ਮੰਨ ਲਓ ਤੁਸੀਂ ਪੜ੍ਹ ਰਹੇ ਹੋ, ਉਹਦਾ ਜਿਹੜਾ ਇੱਕ ਫਸਟ ਪੈਰਾਗ੍ਰਾਫ ਪੜ੍ਹਿਆ, ਉੱਥੋਂ ਤੁਹਾਨੂੰ ਇਹ ਆਈਡੈਂਟੀਫਿਕੇਸ਼ਨ ਹੋ ਜਾਂਦੀ ਹੈ ਕਿ ਇਹ ਥੋੜ੍ਹਾ ਜਿਹਾ ਈਜ਼ੀ ਲੱਗ ਰਿਹਾ ਔਰ ਇਹ ਤੁਹਾਨੂੰ ਕਰਨਾ ਆਸਾਨ ਹੋਏਗਾ। ਹੋਰ ਕੋਸ਼ਿਸ਼ ਕਰ ਸਕਦੇ ਹੋ ਕਿ ਤੁਸੀਂ ਉਹਨੂੰ 20 ਮਿੰਟ ਤੋਂ ਘੱਟ 'ਚ ਵੀ 15 ਮਿੰਟ ਵੀ ਕਰ ਸਕਦੇ ਹੋ।
ਤੇ ਸਭ ਤੋਂ ਪਹਿਲੇ ਉਹਨੂੰ ਅਟੈਂਪਟ ਕਰ ਲਓ। ਰਾਈਟ। ਜੇ ਤੁਹਾਨੂੰ ਲੱਗਦਾ ਹੈ ਕਿ ਉਹ ਨਹੀਂ ਹੋ ਪਾਏਗਾ, you then simply leave it there and immediately move on to the next passage। ਉਹਦਾ ਰੀਜ਼ਨ ਹੈ ਕਿ ਤੁਹਾਨੂੰ ਇਹ ਤਿੰਨੋਂ ਪੈਸੇजेस ਵਿੱਚ ਆਈਡੈਂਟੀਫਾਈ ਕਰਨ ਦੀ ਲੋੜ ਪੈਂਦੀ ਹੈ ਕਿ ਸਭ ਤੋਂ ਪਹਿਲੇ ਕਿਹੜਾ ਇਸ ਤਰ੍ਹਾਂ ਦਾ ਪੈਸੇਜ ਕੀਤਾ ਜਾਏ ਜਿਹਨੂੰ ਮੈਂ ਜਲਦੀ ਮੁਕਾ ਸਕਦਾ। ਬਿਲਕੁਲ। ਤਾਂ ਕਿ ਮੈਨੂੰ ਲਾਸਟ ਵਿੱਚ ਮੈਕਸਿਮਮ ਟਾਈਮ ਉਸ ਪੈਸੇਜ ਲਈ ਰਹੇ ਜਿਹੜਾ ਮੇਰੇ ਲਈ ਥੋੜਾ ਜਿਹਾ ਚੈਲੰਜਿੰਗ ਹੈ। ਜੀ। ਰਾਈਟ। ਸੋ ਇਹ ਆਈਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਹੈ, ਔਰ ਇਹਦੇ ਵਿੱਚ ਬੜੇ ਸਾਰੇ ਫੈਕਟਰਸ ਪਲੇ ਕਰਦੇ ਆ। ਕਈ ਜਿਸ ਤਰ੍ਹਾਂ ਫॉर ਐਗਜ਼ਾਮਪਲ ਸੇਮ ਸਟੂਡੈਂਟ ਨਾਲ ਮੇਰੀ ਕੱਲ ਗੱਲ ਹੋ ਰਹੀ ਸੀਗੀ ਕਿ ਅਸੀਂ ਜਦੋਂ ਇੱਕ ਰੀਡਿੰਗ ਪੈਸੇਜ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਦ ਅਸੀਂ ਇਹ ਡਿਸਾਈਡ ਕਰ ਲਈਦਾ ਕਿ ਨੋ ਦਿਸ ਇਜ਼ ਮੋਰ ਆਫ ਅ ਕੰਪਲੈਕਸ ਪੈਸੇਜ, ਅਸੀਂ ਕੰਪੈਰੀਜ਼ਨ ਕਰ ਲਈਦਾ ਕਿ ਫॉर ਐਗਜ਼ਾਮਪਲ ਪੈਸੇਜ 2 ਇਜ਼ ਮੋਰ ਕੰਪਲੈਕਸ ਦੈਨ ਪੈਸੇਜ 1 ਐਂਡ 3। ਉਹ ਕੀ ਚੀਜ਼ ਹੈਗੀ ਹੈ ਕਿ ਉਹਨੂੰ ਕੰਪਲੈਕਸ ਕਰਦੀ ਹੈ। ਸੋ ਸਭ ਤੋਂ ਵੱਡਾ ਰੀਜ਼ਨ ਹੈ ਕਿ ਮੇਬੀ ਵੋਕੈਬੂਲਰੀ ਥੋੜੀ ਡਿਫਿਕਲਟ ਹੈ, ਤੁਹਾਨੂੰ ਇਸ ਤਰ੍ਹਾਂ ਦੇ ਕੰਪਲੈਕਸ ਵਰਡਸ ਉਹਦੇ ਵਿੱਚ ਯੂਜ਼ ਕੀਤੇ ਹੋਏ ਜਿਹਨਾਂ ਦੇ ਤੁਹਾਨੂੰ ਮੀਨਿੰਗ ਨਹੀਂ ਆਉਂਦੇ, ਹੋਰ ਉਸ ਕਰਕੇ ਤੁਹਾਡੀ ਓਵਰਆਲ ਕੰਪਰੀਹੈਂਸ਼ਨ ਜਿਹੜੀ ਹੈ ਉਹ ਆਈ ਥਿੰਕ ਵਰਡਸ ਜਿਹੜੇ ਆਪਣੀ ਡੇ ਟੂ ਡੇ ਲਾਈਫ 'ਚ ਯੂਜ਼ ਹੁੰਦੇ ਹੀ ਨਹੀਂ ਹੈਗੇ। ਅੱਛਾ, ਦੂਸਰਾ ਇੱਕ ਹੋਰ ਬੜਾ ਇੰਪੋਰਟੈਂਟ ਫੈਕਟਰ ਹੁੰਦਾ ਹੈ ਮੁਕੁਲ, ਨਾਟ ਜਸਟ ਦੈਟ, ਇੱਕ ਫੈਕਟਰ ਇਹ ਹੁੰਦਾ ਹੈ ਕਿ ਜੇ ਤੁਹਾਡਾ ਉਸ ਟੌਪਿਕ ਵਿੱਚ ਪ੍ਰਿੰਸੀਪਲ ਇੰਟਰਸਟ ਨਹੀਂ ਹੈ ਤੇ ਆਟੋਮੈਟਿਕਲੀ ਉਹ ਤੁਸੀਂ ਆਪਣਾ ਇੰਟਰਸਟ ਵੀ ਲੂਜ਼ ਕਰਦੇ ਹੋ। ਫॉर ਐਗਜ਼ਾਮਪਲ ਅਗਰ ਕੋਈ ਸਟੂਡੈਂਟ ਹੈ, ਮੰਨ ਲਓ ਹਿਸਟਰੀ ਦਾ ਸਟੂਡੈਂਟ ਹੈ, ਉਹਨੂੰ ਹਿਸਟਰੀ ਦੇ ਬਾਰੇ ਕਾਫੀ ਕੁਝ ਪਤਾ ਹੈ ਲੇਕਿਨ ਉਹ ਜੀਓਗ੍ਰਾਫੀ ਬਾਰੇ ਨਹੀਂ ਜਾਣਦਾ, ਲੇਕਿਨ ਜੇ ਉਹਨੂੰ ਪੈਸੇਜ ਜੀਓਗ੍ਰਾਫੀ ਤੇ ਮਿਲ ਜਾਂਦਾ ਹੈ ਤਾਂ ਕਿਉਂਕਿ ਉਹਦਾ ਉਹ ਇੱਕ ਸਪੈਸ਼ਲਾਈਜੇਸ਼ਨ ਨਹੀਂ ਹੈਗੀ ਜਾਂ ਉਹਦੇ ਵਿੱਚ ਉਹਦਾ ਇੰਟਰਸਟ ਨਹੀਂ ਹੈ। ਸਪੈਸ਼ਲਾਈਜੇਸ਼ਨ ਵੀ ਆਈ ਵੁੱਡ ਸੇ ਮੇਬੀ ਇਜ਼ ਨਾਟ ਮੇਬੀ ਦ ਰਾਈਟ ਟਰਮੀਨੋਲੋਜੀ, ਬਟ ਜੇ ਉਹਦੇ ਵਿੱਚ ਉਹਦਾ ਇੰਟਰਸਟ ਨਹੀਂ ਹੈ, ਜੇ ਤੁਸੀਂ ਫॉर ਐਗਜ਼ਾਮਪਲ ਫੈਸ਼ਨ ਦੇ ਰਿਲੇਟਡ ਤੁਸੀਂ ਜ਼ਿਆਦਾ ਪੜ੍ਹਨਾ ਪਸੰਦ ਕਰਦੇ ਹੋ, ਰਾਈਟ, ਲੇਕਿਨ ਤੁਹਾਨੂੰ ਟੌਪਿਕ ਟੋਟਲੀ ਡਿਫਰੈਂਟ ਮਿਲ ਜਾਂਦਾ ਜਿਹਦਾ ਫੈਸ਼ਨ ਨਾਲ ਕੋਈ ਲੈਣ ਦੇਣ ਨਹੀਂ ਹੈ, ਬਲਕਿ ਮੇਬੀ ਆਰਕੀਓਲੋਜੀ ਤੇ ਆ ਜਾਂਦਾ ਉਹ ਟੌਪਿਕ, ਨਾ ਹੀ ਤੁਹਾਨੂੰ ਉਹਦੀ ਕੋਈ ਨੌਲੇਜ ਹੈ, ਨਾ ਹੀ ਤੁਹਾਨੂੰ ਉਹਦੇ ਵਿੱਚ ਕੋਈ ਇੰਟਰਸਟ ਹੈ, ਆਟੋਮੈਟਿਕਲੀ ਤੁਸੀਂ ਉਹਨੂੰ ਇੱਕ ਟੈਗ ਕਰ ਦਿੰਦੇ ਹੋ ਕਿ ਯਾਰ ਦਿਸ ਇਜ਼ ਅ ਕੰਪਲੈਕਸ ਵਨ। ਹੋ ਸਕਦਾ ਉਹਦੇ ਵਿੱਚ ਸ਼ਾਇਦ ਇੰਨਾ ਔਖਾ ਮਤਲਬ ਵੋਕੈਬੂਲਰੀ ਨਾ ਵੀ ਹੋਵੇ। ਸੋ ਇਹ ਜਿਹੜੇ ਚੈਲੰਜਸ ਨੇ ਇਹਨਾਂ ਦਾ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਪਹਿਲੇ ਆਈਡੈਂਟੀਫਿਕੇਸ਼ਨ ਕਰੋ ਟਾਈਮ ਮੈਨੇਜਮੈਂਟ ਦੇ ਹਿਸਾਬ ਨਾਲ ਕਿ ਜਿਹੜਾ ਤੁਹਾਨੂੰ ਘੱਟ ਕੰਪਲੈਕਸ ਲੱਗ ਰਿਹਾ ਉਹਨੂੰ ਪਹਿਲਾਂ ਅਸੈਸ ਕਰੋ, ਉਹਨੂੰ ਇਮੀਡੀਏਟਲੀ ਫਿਨਿਸ਼ ਕਰ ਦਿਓ। ਆਪਣੇ ਕੋਲ ਇੰਨਾ ਟਾਈਮ ਜ਼ਰੂਰ ਰੱਖੋ ਕਿ ਜੇ ਤੁਹਾਡੇ ਦਿਮਾਗ 'ਚ ਲਾਸਟ ਵਿੱਚ ਕੋਈ ਸ਼ੱਕ ਜਾਂ ਸ਼ੁਬਾ ਹੈ ਜਾਂ ਕੋਈ ਵੀ ਕਿਸੇ ਤਰੀਕੇ ਦਾ ਡਾਊਟ ਹੈ ਕਿ ਯੂ ਆਰ ਨਾਟ ਕੌਨਫੀਡੈਂਟ ਅਬਾਊਟ ਕਿ ਰਾਈਟਿੰਗ ਵਨ ਆਨਸਰ, ਤੇ ਤੁਸੀਂ ਉਹਨੂੰ ਰਿਵਿਊ ਕਰ ਸਕੋ। ਬਿਲਕੁਲ। ਲੇਕਿਨ ਉਹ ਰਿਵਿਊ ਦੀ ਤੇ ਗੱਲ ਛੱਡੋ, ਮੋਸਟ ਆਫ ਦ ਟਾਈਮ ਸਟੂਡੈਂਟ ਈਵਨ ਇਸ ਚੀਜ਼ ਲਈ ਵੀ ਸਟਰਗਲ ਕਰਦੇ ਆ ਕਿ ਉਹ ਪੂਰੇ ਪੈਸੇਜ ਉਹ ਸਟਿਪੂਲੇਟਡ ਟਾਈਮ ਵਿੱਚ ਕੰਪਲੀਟ ਨਹੀਂ ਕਰ ਪਾਉਂਦੇ। ਸੋ ਬਾਕੀ ਜਿੱਦਾਂ ਜੀ ਕਹਿੰਦੇ ਚੱਲ ਰਿਹਾ ਹੈਗਾ, ਬਾਕੀ ਤੁਸੀਂ ਨਾਲ ਦੇ ਨਾਲ ਗਾਈਡ ਕਰਦੇ ਰਹਿਣਾ ਹੈਗਾ, ਇਹ ਸਾਨੂੰ ਪਤਾ ਆ। ਔਰ ਬੱਚਿਆਂ ਦੇ ਰਿਵਿਊਜ਼ ਵੀ ਬਹੁਤ ਵਧੀਆ ਆ ਰਹੇ ਨੇ। ਜਿਨ੍ਹਾਂ ਨੇ ਚੈਨਲ ਨਹੀਂ ਹੈ ਸਬਸਕ੍ਰਾਈਬ ਕੀਤਾ ਉਹ ਵੀ ਕਰ ਸਕਦੇ ਨੇ, ਸੇਟਸ ਐਡਵਾਈਜ਼ਰ ਦਾ ਇੰਸਟਾਗ੍ਰਾਮ ਤੇ ਆਪਣਾ ਤੇ ਨਾਲ ਤੁਸੀਂ ਕਰ ਸਕਦੇ ਹੋ ਲਿੰਕਡਇਨ ਜਾਂ ਫਿਰ YouTube ਦੇ ਉੱਤੇ ਵੀ। ਅੱਗੇ ਚੱਲਦੇ ਹਾਂ ਜੀ, ਕੋਈ ਰਾਈਟਿੰਗ ਦੇ ਉੱਤੇ ਟਿਪਸ ਦਿਓ ਕਿ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਜਿਹੜੇ ਅਬਜ਼ਰਵ ਕਰਦੇ ਨੇ ਇੱਕ ਪੈਸੇਜ ਨੂੰ ਅਬਜ਼ਰਵ ਕਰਦੇ ਨੇ, ਕੀ ਕਾਮਨ ਮਿਸਟੇਕਸ ਉਹਨਾਂ ਦੀਆਂ ਹੋ ਰਹੀਆਂ ਆ, ਉਹਨਾਂ ਨੂੰ ਅਸੈਸ ਨਹੀਂ ਕਰਨਾ ਆ ਰਿਹਾ ਕਿ ਅਸੀਂ ਲਿਖਣਾ ਕੀ ਆ, ਜਾਂ ਫਿਰ ਕੋਈ ਹੋਰ ਜਿਹੜੀਆਂ ਕਾਮਨ ਮਿਸਟੇਕਸ ਆ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਰਾਈਟਿੰਗ ਵਿੱਚ ਜਿਹੜੀ ਮੇਨ ਮੈਂ ਦੇਖਿਆ ਕਈ ਸਟੂਡੈਂਟ ਸਟਰਗਲ ਕਰਦੇ ਆ, ਸਪੈਸ਼ਲੀ ਸ਼ੁਰੂਆਤ ਵਿੱਚ ਜਦੋਂ ਮਤਲਬ ਸਾਨੂੰ ਅਪਰੋਚ ਕਰਦੇ ਆ, ਔਰ ਜਦੋਂ ਮੈਂ ਉਹਨਾਂ ਦੀ ਕਦੀ ਵੀ ਇੱਕ ਅਸੈਸਮੈਂਟ ਅਸੀਂ ਕਰੀਦੀ ਹੈ ਜਸਟ ਟੂ ਅੰਡਰਸਟੈਂਡ ਕਿ ਉਹਨਾਂ ਦੇ ਕੀ ਰੀਅਲ ਲਾਈਫ ਚੈਲੰਜਸ ਨੇ ਰਾਈਟਿੰਗ ਨੂੰ ਲੈ ਕੇ। ਸਭ ਤੋਂ ਪਹਿਲਾਂ ਜਿਹੜਾ ਸਟਰਗਲ ਹੁੰਦਾ ਉਹ ਵਰਡ ਲਿਮਿਟ 'ਤੇ ਹੁੰਦਾ ਹੈ, ਨਾ ਹੀ ਆਈਡੈਂਟੀਫਾਈ ਕਰ ਪਾਉਣਾ। ਫॉर ਐਗਜ਼ਾਮਪਲ ਜੇ ਮੈਂ ਇੱਥੋਂ ਮੰਨ ਲਓ ਕਿਸੇ ਇਸ ਤਰ੍ਹਾਂ ਦੀ ਜਗ੍ਹਾ 'ਤੇ ਜਾਣਾ ਜਿਹੜੀ ਇੱਥੋਂ ਦੂਰ ਨਹੀਂ ਹੈ, ਲੇਕਿਨ ਇੱਕ ਦਿਮਾਗ 'ਚੋਂ ਆਈਡੈਂਟੀਫਿਕੇਸ਼ਨ ਨਹੀਂ ਆਉਂਦੀ ਕਿ ਉਹ ਕਿੰਨੀ ਕੁ ਦੂਰ ਹੋਏਗੀ ਜੇ ਮੈਨੂੰ ਕਿਲੋਮੀਟਰਸ ਵਿੱਚ ਦੱਸਣਾ ਹੋਏ ਤਾਂ, ਰਾਈਟ। ਠੀਕ ਹੈ। ਤੇ ਹੋ ਸਕਦਾ ਸਿਰਫ 5 ਕਿਲੋਮੀਟਰ ਹੋਏ, ਲੇਕਿਨ ਮੈਨੂੰ ਆਈਡੈਂਟੀਫਿਕੇਸ਼ਨ ਹੋ ਰਹੀ ਹੈ ਕਿ ਨਹੀਂ ਉਹ ਮੇਰੇ ਖਿਆਲ 10-12 ਕਿਲੋਮੀਟਰ ਦੂਰ ਹੈ। ਤਾਂ ਤੁਸੀਂ ਦੇਖੋ ਉਹ ਕਿਤੇ ਨਾ ਕਿਤੇ ਦਿਮਾਗ ਨੇ ਤੁਹਾਨੂੰ ਇਹ ਦੱਸਤਾ ਕਿ ਤੁਸੀਂ ਉਹ ਆਲਰੇਡੀ ਉਹਦੀ ਲਿਮਿਟ ਜਿਹੜੀ ਆ ਉਹ ਡਬਲ ਕਰਤੀ ਆਪਣੇ ਦਿਮਾਗ ਵਿੱਚ, ਰਾਈਟ। ਸੋ ਵਰਡ ਲਿਮਿਟ ਜਿਹੜੀ ਹੈਗੀ ਆ ਨਾ ਉਹਦੀ ਅਸੈਸਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਇਹ ਆਟੋਮੈਟਿਕਲੀ ਪ੍ਰੈਕਟਿਸ ਨਾਲ ਇਹ ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ ਹੈ ਕਿ ਤੁਸੀਂ ਕਿੰਨੀ ਵਰਡ ਲਿਮਿਟ ਰੱਖਣੀ ਹੈ। ਔਰ ਦੂਸਰਾ ਹੈ ਕਿ ਕਈ ਬੱਚੇ ਇਸ ਤਰ੍ਹਾਂ ਮੈਂ ਦੇਖੇ ਹੈ ਕਿ ਜਿਹੜੇ ਜ਼ਿਆਦਾ ਪ੍ਰੈਕਟਿਸ ਨਹੀਂ ਕਰ ਪਾਉਂਦੇ ਆ ਕਿਸੇ ਵੀ ਵਜ੍ਹਾ ਨਾਲ, ਹੋ ਸਕਦਾ ਬੋਰਡਮ ਹੈ, ਹੋ ਸਕਦਾ ਕਿ ਕੀ ਕਹਿੰਦੇ ਆ ਨਾ ਮਨ ਲੱਗਦਾ ਹੋਏ ਰਾਈਟਿੰਗ ਵਿੱਚ। ਅੱਜ ਕੱਲ੍ਹ ਦੇ ਟਾਈਮ 'ਚ ਤੇ ਵੈਸੇ ਹੀ ਰਾਈਟਿੰਗ ਬਹੁਤ ਜ਼ਿਆਦਾ ਇੰਪੈਕਟਡ ਹੋਈ ਹੈ ਕਿਉਂਕਿ ਬੱਚੇ ਲਿਖਦੇ ਨਹੀਂ ਹੈਗੇ, ਕਿਉਂਕਿ ਲਿਖਾਈ ਬਹੁਤ ਘੱਟ ਗਈ ਹੈ ਈਵਨ ਸਕੂਲਸ ਵਗੈਰਾ ਵਿੱਚ ਵੀ, ਮਤਲਬ ਵਿਦ ਦਿਸ ਟੈਕਨੋਲੋਜੀ। ਸੋ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਚੈਲੰਜ ਆਉਂਦਾ ਹੈ ਅਪਾਰਟ ਫਰੋਮ ਵਰਡ ਲਿਮਿਟ, ਉਹ ਆਉਂਦਾ ਐਕਸਪ੍ਰੈਸ਼ਨਸ ਦਾ, ਕਿ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਥੋੜ੍ਹਾ ਬੀਟ ਅਰਾਊਂਡ ਬੁਸ਼ ਕਰ ਦਈਏ। ਫॉर ਐਗਜ਼ਾਮਪਲ ਇਸ ਤਰ੍ਹਾਂ ਦੇ ਐਕਸਪ੍ਰੈਸ਼ਨਸ ਨੂੰ ਪਾ ਦਈਏ ਜਿਹਦੇ ਨਾਲ ਇੱਕ ਸੈਂਟੈਂਸ ਥੋੜ੍ਹਾ ਜਿਹਾ ਇਲੋਂਗੇਟਿਡ ਲੱਗੇ, ਜਦ ਕਿ ਉਹਦੇ ਵਿੱਚ ਉਹਦਾ ਪੂਰਾ ਦਾ ਪੂਰਾ ਮੈਸੇਜ ਜਿਹੜਾ ਨਿਕਲ ਜਾਂਦਾ ਹੈ। ਉਹ ਐਕਸਪ੍ਰੈਸ ਕਰ ਹੀ ਨਹੀਂ ਪਾਉਂਦਾ ਕਿ ਭਈ ਉਹ ਜੋ ਦੱਸਣਾ ਚਾਹੁੰਦਾ ਸੀਗਾ।
ਫੋਰ ਐਗਜ਼ਾਮਪਲ ਜੇ ਅਸੀਂ ਇੱਕ ਸੈਂਟੈਂਸ ਹੈ ਜਿਹੜਾ ਕਿ 5 ਵਰਡਸ ਵਿੱਚ ਖਤਮ ਹੋ ਸਕਦਾ ਹੈ, ਲੇਕਿਨ ਕਿਉਂਕਿ ਅਸੀਂ ਉਹਨੂੰ ਥੋੜੀ ਵਰਡ ਲਿਮਿਟ ਵਧਾਉਣਾ ਚਾਹੁੰਦੇ ਹਾਂ ਤੇ ਉਹਨੂੰ ਅਸੀਂ 7 ਜਾਂ 8 ਚ ਕਰ ਦਈਦਾ, ਲੇਕਿਨ ਇੰਨੀ ਆਈਡੈਂਟੀਫਿਕੇਸ਼ਨ ਨਹੀਂ ਹੋ ਪਾਉਂਦੀ ਕਿ ਕਿਤੇ ਉਹਦਾ ਮੀਨਿੰਗ ਤੇ ਨਹੀਂ ਚੇਂਜ ਹੋ ਰਿਹਾ, ਜਾਂ ਕਿਤੇ ਇਹ ਤੇ ਨਹੀਂ ਹੋ ਰਿਹਾ ਕਿ ਜੋ ਅਸੀਂ ਕਹਿਣਾ ਚਾਹ ਰਹੇ ਹਾਂ ਉਹ ਕਹਿ ਹੀ ਨਹੀਂ ਪਾ ਰਹੇ। ਸੋ ਇਹ ਜਿਹੜੀਆਂ ਚੀਜ਼ਾਂ, ਹੋਰ ਦੇਖੋ ਕੋਈ ਵੀ ਮੋਡਿਊਲ ਲੈ ਲਓ, ਕੋਈ ਵੀ ਐਗਜ਼ਾਮ ਲੈ ਲਓ, ਭਾਵੇਂ ਸਕੂਲ ਦੇ ਐਗਜ਼ਾਮ ਲੈ ਲਓ, ਭਾਵੇਂ ਕੰਪੈਟੀਟਿਵ ਐਗਜ਼ਾਮਸ ਲੈ ਲਓ, ਕੁਝ ਵੀ ਲੈ ਲਓ, ਇਟ ਆਲ ਰਿਕੁਆਇਰਸ ਪ੍ਰੈਕਟਿਸ। ਨਹੀਂ ਉਹ ਤਾਂ ਹੀ ਪ੍ਰੈਕਟਿਸ ਤੋਂ ਬਿਨਾਂ ਤਾਂ ਐਗਜ਼ੈਕਟਲੀ ਕੁਝ ਹੋ ਹੀ ਨਹੀਂ ਸਕਦਾ। ਬਾਕੀ ਨਾਲ ਦੀ ਨਾਲ ਅੱਗੇ ਚੱਲਦੇ ਹੈਗੇ ਆ ਤੇ ਸਵਾਲ ਜਿਹੜੇ ਹੈਗੇ ਆ ਉਹ ਕਦੀ ਮੁੱਕ ਨਹੀਂ ਸਕਦੇ ਹੈਗੇ ਆ। ਸੋ ਅੱਗੇ ਤੁਸੀਂ ਥੋੜਾ ਜਿਹਾ ਦੱਸੋ ਕਿ ਲਿਸਨਿੰਗ ਦੇ ਵਿੱਚ ਕੀ ਕਾਮਨ ਮਿਸਟੇਕਸ ਜਿਹੜੀਆਂ ਆ ਰਹੀਆਂ। ਮੁਕੁਲ ਲਿਸਨਿੰਗ ਵਿੱਚ ਮੇਰੀ ਸਭ ਤੋਂ ਨੰਬਰ 1 ਟਿਪ ਇਹੀ ਰਹਿੰਦੀ ਹੈ ਟ੍ਰਾਂਸਕ੍ਰਿਪਸ਼ਨ। ਜਦੋਂ ਤੁਸੀਂ ਟ੍ਰਾਂਸਕ੍ਰਾਈਬ ਕਰਦੇ ਹੋ, ਆਈ ਥਿੰਕ ਦੈਟ ਮੇਕਸ ਅ ਲੋਟ ਆਫ ਡਿਫਰੈਂਸ। ਫॉर ਟ੍ਰਾਂਸਕ੍ਰਿਪਸ਼ਨ ਦਾ ਸਿੰਪਲ ਮਤਲਬ ਇੱਕ ਸਾਫ਼ ਕਲੀਅਰ ਜਿਹੜੀ ਡੈਫੀਨੇਸ਼ਨ ਹੈ ਉਹ ਹੈ ਕਿ ਤੁਸੀਂ ਕੋਈ ਵੀ ਇੰਗਲਿਸ਼ ਕੰਟੈਂਟ ਦੇਖ ਰਹੇ ਹੋ, ਬਿਨਾਂ ਸਬਟਾਈਟਲਸ ਦੇਖੋ, ਮਤਲਬ ਕੰਟੈਂਟ ਇਸ ਤਰ੍ਹਾਂ ਦਾ ਦੇਖੋ ਜਿਹਦੇ ਵਿੱਚ ਸਬਟਾਈਟਲਸ ਅਵੇਲੇਬਲ ਹੋਣ, ਲੇਕਿਨ ਤੁਸੀਂ ਬਿਨਾਂ ਸਬਟਾਈਟਲਸ ਤੋਂ ਦੇਖੋ ਔਰ ਉਹਨੂੰ ਲਿਖੋ ਕਿ ਉਹ ਕੀ ਕਿਹਾ ਜਾ ਰਿਹਾ, ਔਰ ਬਾਅਦ ਚ ਸਬਟਾਈਟਲਸ ਔਨ ਕਰਕੇ ਆਪਣੇ ਆਨਸਰਸ ਨੂੰ ਚੈੱਕ ਕਰੋ ਕਿ ਤੁਸੀਂ ਕਿੰਨਾ ਕਲੋਜ਼ਲੀ ਉਹਨੂੰ ਟ੍ਰਾਂਸਕ੍ਰਾਈਬ ਕਰ ਪਾਏ ਹੋ। ਇਹ ਜਿਹੜੀ ਪ੍ਰੈਕਟਿਸ ਹੈ ਇਹ ਲਿਸਨਿੰਗ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਆਈ ਥਿੰਕ ਇਹ ਕਾਫੀ ਸੈਲਫ ਪ੍ਰੈਕਟਿਸ ਹੀ ਹੋ ਜਾਂਦੀ ਹੈ। ਐਬਸੋਲੂਟਲੀ ਕਿ ਤੁਸੀਂ ਅੱਜਕੱਲ ਇਹਨਾਂ ਕੁਝ YouTube ਤੇ ਹੈਗਾ ਆ, ਕਿਉਂਕਿ ਦੇਖੋ ਤੁਹਾਡੀ ਕੋਚਿੰਗ ਕੀ ਹੈ, 1 ਘੰਟੇ ਦੀ ਲੈ ਲਓਗੇ, 1.5 ਘੰਟੇ ਦੀ ਲੈ ਲਓਗੇ, ਇਹਦੇ 'ਚ ਕੋਈ ਮੈਜਿਕ ਤੇ ਹੈ ਨਹੀਂ। ਇਟ ਇਜ਼ ਆਲ ਅਬਾਊਟ ਕਿ ਤੁਸੀਂ ਘਰ ਜਾ ਕੇ ਸਿਖਾਈ ਹੋਈ ਚੀਜ਼ ਤੇ ਕਿੰਨਾ ਟਾਈਮ ਸਪੈਂਡ ਕਰ ਰਹੇ ਹੋ। ਬਿਲਕੁਲ ਰਾਈਟ, ਯਾ ਬਿਲਕੁਲ। ਓਬਵੀਅਸਲੀ ਜਿਹੜੇ ਸਟਰਗਲ ਨੇ ਤੁਹਾਨੂੰ ਕੀ ਲੱਗ ਰਿਹਾ ਬੱਚਿਆਂ ਦੇ ਜਿਹੜੇ ਵੋਕੈਬਲਰੀ ਨੂੰ ਲੈ ਕੇ ਹੈਗੇ ਨੇ, ਉਹਨਾਂ ਦੇ ਬਾਰੇ ਕੀ ਤੁਹਾਡਾ ਕਹਿਣਾ ਹੈ? ਕਿਉਂਕਿ ਅੱਜ ਕੱਲ ਕਹਿ ਲਓ AI ਟੈਕਨੋਲੋਜੀ ਦੇ ਆਉਣ ਤੋਂ ਬਾਅਦ ਜਿਹੜੇ ਬਹੁਤ ਬੱਚੇ ਨੇ, ਮੈਨੂੰ ਲੱਗ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬੋਲਣਾ ਵੀ ਔਖਾ ਹੋ ਜਾਣਾ ਆ, ਕਿਉਂਕਿ ਉਹ ਇੰਨੇ ਡਿਪੈਂਡੈਂਟ ਇਸ ਟੈਕਨੋਲੋਜੀ ਤੇ ਹੋ ਜਾਂਦੇ ਹੈਗੇ ਆ। ਕਿਉਂਕਿ ਪ੍ਰੈਜੈਂਟੇਸ਼ਨਸ ਲੈ ਲਓ, ਕੁਝ ਵੀ ਲੈ ਲਓ, ਬੱਚੇ ਕੀ ਕਰ ਰਹੇ ਅੱਜ ਕੱਲ ਚੈਟ GPT ਤੇ ਜਾਂਦੇ ਹੈਗੇ ਆ, ਕੁਐਸਚਨ ਲਿਖਦੇ ਹੈਗਾ ਤੇ ਤੁਹਾਨੂੰ ਚੈਟ GPT ਜਿਹੜਾ ਹੈ ਪੂਰਾ ਡਾਟਾ ਦੇ ਦਿੰਦਾ ਆ। ਸੋ ਕਿੱਦਾਂ ਉਹਨਾਂ ਦੀ ਵੋਕੈਬਲਰੀ ਇੰਪਰੂਵ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ, ਤੁਹਾਨੂੰ ਕੀ ਲੱਗਦਾ ਹੈ? ਪਹਿਲੇ ਤਾਂ ਇਹਦਾ ਇੱਕ ਸ਼ਾਰਟ ਆਨਸਰ ਇੱਕ ਹੈ ਕਿ ਸ਼ਾਇਦ ਕੋਈ ਵੱਡੀ ਗੱਲ ਨਹੀਂ, ਆਈ ਡੋਂਟ ਨੋ ਇਫ ਯੂ ਆਰ ਟਾਕਿੰਗ ਅਬਾਊਟ ਟੈਕਨੋਲੋਜੀ, ਹੋ ਸਕਦਾ ਚੈਟ GPT ਕੱਲ੍ਹ ਨੂੰ ਲੋਕਾਂ ਦੇ ਬੈਂਡਸ ਵੀ ਲਿਆ ਦੇਵੇ, ਬਟ ਆਈ ਡੋਂਟ ਥਿੰਕ ਉਹ ਪੋਸੀਬਲ ਹੋਏਗਾ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਵੋਕੈਬਲਰੀ ਬਿਲਡਿੰਗ ਦੀ ਗੱਲ ਕਰਦੇ ਹਾਂ, ਰੂਟਸ ਆਫ ਵਰਡਸ ਯਾਦ ਕਰਨੇ ਬੜੇ ਜ਼ਰੂਰੀ ਆ। ਇੱਕ ਵਰਡ ਨੂੰ ਥੋੜਾ ਜਿਹਾ ਬ੍ਰੇਕ ਕਰਕੇ ਦੇਖੋ ਕਿ ਉਹਦੇ ਵਿੱਚੋਂ ਕੁਝ ਮੀਨਿੰਗ ਨਿਕਲ ਕੇ ਆ ਰਿਹਾ ਜਾਂ ਨਹੀਂ ਆ ਰਿਹਾ। ਨਾਲ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਤੁਸੀਂ ਇੱਕ ਨਵਾਂ ਵਰਡਸ ਕਿਤੇ ਸੁਣਿਆ ਜਾਂ ਕਿਤੇ ਪੜ੍ਹਿਆ ਔਰ ਉਹਦਾ ਮੀਨਿੰਗ ਅਸੈਸ ਕੀਤਾ ਹੈ, ਜਦ ਤੁਹਾਨੂੰ ਮੀਨਿੰਗ ਪਤਾ ਲੱਗ ਗਿਆ ਔਰ ਤੁਹਾਨੂੰ ਉਹਦੀ ਯੂਸੇਜ ਮਤਲਬ ਪਤਾ ਲੱਗ ਗਈ ਹੈ, ਕੋਸ਼ਿਸ਼ ਕਰੋ ਕਿ ਉਹਨੂੰ ਡੇਲੀ ਲਾਈਫ ਵਿੱਚ ਥੋੜਾ ਜਿਹਾ ਫ੍ਰੀਕੁਐਂਟਲੀ ਯੂਜ਼ ਕਰਨਾ ਸ਼ੁਰੂ ਕਰੋ। ਕੋਈ ਵੀ ਚੀਜ਼ ਜਿਹੜੀ ਅਸੀਂ ਬਾਰ-ਬਾਰ ਕਰਦੇ ਹਾਂ ਉਹ ਸਾਨੂੰ ਥੋੜੇ ਲੰਬੇ ਟਾਈਮ ਤੱਕ ਯਾਦ ਰਹਿੰਦੀ ਹੈ। ਬਿਲਕੁਲ। ਸੋ ਟਰਾਈ ਐਂਡ ਇਨਕਲੂਡ ਐਟਲੀਸਟ 2 or 3 ਵਰਡਸ ਐਵਰੀ ਸਿੰਗਲ ਡੇ, ਇਸ ਤਰ੍ਹਾਂ ਦੇ ਨਵੇਂ ਵਰਡਸ ਜਿਨ੍ਹਾਂ ਦਾ ਮੀਨਿੰਗ ਤੁਹਾਨੂੰ ਨਹੀਂ ਪਤਾ ਸੀ। ਰਾਈਟ। ਤੇ ਹੋਰ ਸਿਨੋਨਿਮਸ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ ਆ ਕਿ ਭਾਈ ਕੋਈ ਵੀ ਸਿਮਿਲਰ ਵਰਡਸ ਹੋ ਗਏ ਕਿ ਭਈਆ ਮਤਲਬ ਜੇ ਇੱਕ ਪਾਰਟਿਕੂਲਰ ਵਰਡ ਹੈ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਤੇ ਸਫੀਸ਼ੀਐਂਟ ਲੱਗਣਾ ਚਾਹੀਦਾ, ਕਿਤੇ ਇਨਫ ਲੱਗਣਾ ਚਾਹੀਦਾ, ਕਿਤੇ ਐਡਿਕੁਏਟ ਲੱਗਣਾ ਚਾਹੀਦਾ। ਰਾਈਟ। ਹਾਲਾਂਕਿ ਦੇਖੋ ਤਿੰਨਾਂ ਦੇ ਮੀਨਿੰਗ ਇੱਕੋ ਹੀ ਤਰ੍ਹਾਂ ਨਿਕਲ ਕੇ ਆਉਂਦੇ ਆ, ਬਟ ਉਹਨਾਂ ਦੀ ਯੂਸੇਜ ਕੀ, ਪਲੇਸਮੈਂਟ ਜਿੱਦਾਂ ਕਹਿ ਲਓ ਡਿਫਰੈਂਟ ਹੈਗੀ ਉਹਨਾਂ ਦੀ। ਐਗਜ਼ੈਕਟਲੀ। ਬਹੁਤ ਵਧੀਆ ਜੀ। ਸੋ ਸਵਾਲ ਤਾਂ ਦੇਖੋ ਚੱਲਦੇ ਹੀ ਰਹਿਣੇ ਹੈਗੇ ਆ, ਪਰ ਲੇਕਿਨ ਜਾਣ ਤੋਂ ਪਹਿਲਾਂ ਇੱਕ ਲਾਸਟ ਸਵਾਲ ਆਪਾਂ ਫੇਰ ਵੀ ਕਰਾਂਗੇ ਕਿ ਸਾਰੇ ਆਪਾਂ ਕਹਿੰਦੇ ਰਹਿੰਦੇ ਹੈਗੇ ਆ ਬੱਚਿਆਂ ਨੂੰ ਤੁਸੀਂ ਪ੍ਰੈਕਟਿਸ ਕਰੋ, ਪ੍ਰੈਕਟਿਸ, ਪਰ ਲੇਕਿਨ ਇਹੀ ਇਕੱਲਾ ਇੱਕ ਸੋਲੂਸ਼ਨ ਹੈ ਜਾਂ ਕੀ, ਮਤਲਬ ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ ਬੱਚੇ ਨੂੰ ਪ੍ਰੈਕਟਿਸ ਲਈ ਮੋਟੀਵੇਸ਼ਨ ਦੇਣ ਲਈ ਅਸੀਂ 2-3 ਐਕਸਰਸਾਈਜ਼ਸ ਸ਼ੁਰੂ ਕੀਤੀਆਂ ਸੀਗੀਆਂ ਐਂਡ ਆਈ ਥਿੰਕ ਦੇ ਆਰ ਵਰਕਿੰਗ ਰੀਲੀ ਗੁੱਡ। ਜਦੋਂ ਵੀ ਬੱਚਾ ਐਨਰੋਲ ਹੁੰਦਾ ਹੈ ਔਰ ਉਹ ਆਪਣੀ ਫਸਟ ਇੰਟਰੋਡਕਸ਼ਨ ਸਾਨੂੰ ਦਿੰਦਾ ਹੈ ਤੇ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਉਹਦਾ ਇੱਕ ਲੈਵਲ ਆਫ ਬੋਰਡਮ ਚੈੱਕ ਕਰੀਏ। ਜੇ ਉਹ ਅਸੈਸਮੈਂਟ ਸਾਡੀ ਹੁੰਦੀ ਹੈ, ਅਸੀਂ ਬੱਚੇ ਨੂੰ ਉਹਦੇ ਫੇਵਰੇਟ ਟੌਪਿਕਸ ਦੇ ਬਾਰੇ ਪੁੱਛੀਦਾ, ਉਹਦੇ ਇੰਟਰਸਟ ਦੇ ਬਾਰੇ ਪੁੱਛੀਦਾ, ਉਹਦੀ ਹੌਬੀਜ਼ ਦੇ ਬਾਰੇ ਪੁੱਛੀਦਾ। ਕੋਈ ਬੱਚੇ ਹੈਗੇ ਜਿਹੜੇ ਕ੍ਰਿਕਟ ਖੇਡਣਾ ਬਹੁਤ ਪਸੰਦ ਕਰਦੇ ਆ, ਕ੍ਰਿਕਟ ਮੈਚਸ ਨੂੰ ਦੇਖਣਾ ਬਹੁਤ ਪਸੰਦ ਕਰਦੇ ਆ। ਕਈ ਹੈਗੇ ਜਿਹੜੇ ਮੂਵੀਜ਼ ਵਿੱਚ ਜ਼ਿਆਦਾ ਇੰਟਰਸਟਿਡ ਨੇ, ਕਈ ਹੈਗੇ ਕਿਸੇ ਹੋਰ ਸਪੋਰਟਸ ਐਕਟੀਵਿਟੀਜ਼ ਵਿੱਚ ਜ਼ਿਆਦਾ ਨੇ, ਕਈ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਘਰ ਬੈਠੇ ਗੇਮਿੰਗ ਵਿੱਚ ਜ਼ਿਆਦਾ ਇੰਟਰਸਟਿਡ ਨੇ। ਸੋ ਥੀਸ ਆਰ ਸਮ ਆਫ ਦੀ ਐਗਜ਼ਾਮਪਲਸ। ਜਦੋਂ ਅਸੀਂ ਆਈਡੈਂਟੀਫਾਈ ਕਰ ਲਈਦਾ, ਉਹਦੇ ਬਾਅਦ ਕੋਸ਼ਿਸ਼ ਕਰੀਦੀ ਹੈ ਕਿ ਜਿਸ ਤਰੀਕੇ ਦੇ ਵੀ ਅਸੀਂ ਪ੍ਰੈਕਟਿਸ ਸੈਸ਼ਨ ਰੱਖਦੇ ਹਾਂ ਉਹਨਾਂ ਨਾਲ, ਚਾਹੇ ਉਹ ਰੀਡਿੰਗ ਦੇ ਹੈ, ਰਾਈਟਿੰਗ ਦੇ ਹੈ, ਸਪੀਕਿੰਗ ਦੇ ਹੈ, ਲਿਸਨਿੰਗ ਦੇ ਹੈ, ਉਹਦੇ ਵਿੱਚ ਉਹਨਾਂ ਦੀ ਉਸ ਪਰਟੀਕੂਲਰ ਹੌਬੀਜ਼ ਨੂੰ ਅਸੀਂ ਉਹ ਐਲੀਮੈਂਟਸ ਜ਼ਰੂਰ ਪਾਈਏ। ਮੇਬੀ ਕ੍ਰਿਕਟ ਦੇ ਉੱਤੇ ਇੱਕ ਅਸੀਂ ਪੈਸੇਜ ਕ੍ਰੀਏਟ ਕਰੀਏ ਐਂਡ ਸਟਫ ਲਾਈਕ ਦੈਟ। ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਬੱਚੇ ਦਾ ਜਿਹੜਾ ਇੱਕ ਇੰਟਰਸਟ ਹੈਗਾ ਕਿ ਉਹ ਖੁੱਲ੍ਹ ਕੇ ਥੋੜਾ ਜਿਹਾ ਲਿਖ ਸਕੇ, ਆਪਣੀ ਅੰਡਰਸਟੈਂਡਿੰਗ ਸ਼ੇਅਰ ਕਰ ਸਕਦਾ ਹੈ, ਰਿਲੇਟ ਕਰ ਸਕਦਾ ਹੈ।
ਕਿਉਂਕਿ ਦੇਖੋ ਬੋਰਡਮ ਦਾ ਤੇ ਜਿੱਥੇ ਤੱਕ ਹੈਗਾ ਉਹ ਇਸ ਤਰ੍ਹਾਂ ਹੀ ਕੰਟਰੋਲ ਕੀਤੀ ਜਾ ਸਕਦੀ ਹੈ ਜਦ ਤੁਸੀਂ ਕਿਸੇ ਨੂੰ ਕਿਸੇ ਦੇ ਇੰਟਰਸਟ ਦੀ ਗੱਲ ਪੁੱਛੋ, ਕਿਸੇ ਨੂੰ ਇਸ ਤਰ੍ਹਾਂ ਦੇ ਸਵਾਲ ਪੁੱਛੋ, ਕਿਸੇ ਨੂੰ ਇਸ ਤਰ੍ਹਾਂ ਦੇ ਇੱਕ এনवायरमेंट ਕ੍ਰੀਏਟ ਕਰਕੇ ਦਿਓ ਜਿਹਦੇ ਵਿੱਚ ਉਹ ਬੱਚਾ ਕੰਫਰਟੇਬਲੀ ਬੋਲ ਸਕੇ, ਨਾ ਕਿ ਇਸ ਤਰ੍ਹਾਂ ਦੇ ਕੰਪਲੈਕਸ ਟੌਪਿਕ ਲਿੱਤੇ ਜਾਣ ਜਿਹੜੇ ਕਿ ਉਹਦੇ ਕੰਫਰਟ ਜ਼ੋਨ ਤੋਂ ਬਾਹਰ ਨੇ। ਇਹਦਾ ਮਤਲਬ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਿਰਫ ਔਰ ਸਿਰਫ ਉਹਨਾਂ ਨੂੰ ਕੰਫਰਟ ਵਿੱਚ ਹੀ ਰਹਿਣ ਦਿਓ, ਕਿਉਂਕਿ ਤੁਸੀਂ ਉਹ ਕੰਫਰਟ ਲੈਵਲ ਦੇ ਸਕਦੇ ਹੋ ਲੇਕਿਨ ਆਪਣੇ ਐਗਜ਼ਾਮ ਵੇਲੇ ਉਹਨਾਂ ਨੂੰ ਉਹ ਕੰਫਰਟ ਨਹੀਂ ਮਿਲਦਾ। ਇਸ ਕਰਕੇ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਥੋੜਾ ਜਿਹਾ ਰਾਈਟ ਬਲੈਂਡ ਉਹਨਾਂ ਨੂੰ ਦਈਏ, ਇੱਕ ਰਾਈਟ ਮਿਕਸ ਐਂਡ ਮੈਚ ਦਈਏ ਟੌਪਿਕਸ ਦਾ ਜਿਸ ਵੇਲੇ ਉਹ ਪ੍ਰੈਕਟਿਸ ਕਰ ਰਹੇ ਆ ਕਿਸੇ ਵੀ ਮੋਡਿਊਲ ਲਈ, ਰਾਈਟ। ਇਹ ਜਿਹੜਾ ਹੈਗਾ ਮਤਲਬ ਇਹ ਕਾਫੀ ਹੱਦ ਤੱਕ ਸਾਨੂੰ ਹੈਲਪ ਕਰਦਾ ਹੈ। ਹੋਰ ਇਸ ਤਰ੍ਹਾਂ ਦੇ ਕਈ ਵਾਸਟ ਟੌਪਿਕਸ ਹੈ ਜਿਹੜੇ ਅਸੀਂ ਹਰ ਮੋਡਿਊਲ ਵਿੱਚ ਆਲਰੇਡੀ ਇਨਕਲੂਡ ਕੀਤੇ ਹੈ। ਇਨ ਫੈਕਟ ਵਨ ਆਫ ਮਾਈ ਸਟੂਡੈਂਟਸ ਆਈ ਵਾਸ ਜਸਟ ਟਾਕਿੰਗ ਟੂ ਯੈਸਟਰਡੇ, ਹੋਰ ਉਹਨੂੰ ਮੈਂ ਇੰਨੀ ਗੱਲ ਕਹੀ ਵੀ ਹੈ ਕਿ ਕੀ ਕਹਿੰਦੇ ਜਿਸ ਤਰ੍ਹਾਂ ਦੇ ਵੀ ਤੁਸੀਂ ਆਪਣੇ ਇੰਟਰੋ ਵਿੱਚ ਆਪਣੇ ਟੌਪਿਕਸ ਦਿੱਤੇ ਸੀਗੇ, ਹੁਣ ਤੱਕ ਜੇ ਉਹ ਅਸੈਸ ਕਰਨਗੇ ਤਾਂ ਦੇਖਣਗੇ ਕਿ ਆਲਮੋਸਟ ਅਸੀਂ 70 to 75% ਉਹਨਾਂ ਦੇ ਇੰਟਰਸਟ ਬੇਸਡ ਜਿਹੜੇ ਟੌਪਿਕਸ ਰਹੇ ਹੈ ਉਹਨਾਂ ਨੂੰ ਹਰ ਮੋਡਿਊਲ ਵਿੱਚ ਅਪਲਾਈ ਕੀਤਾ। ਸੋ ਦੈਟ ਰੀਲੀ ਹੈਲਪਸ। ਓਕੇ, ਪਰਫੈਕਟ। ਸੋ ਬਹੁਤ ਹੀ ਵਧੀਆ ਆਪਣਾ ਜਿੱਦਾਂ ਜਿਹੜਾ ਦਿਨ ਰਿਹਾ ਆ, ਬਹੁਤ ਹੀ ਵਧੀਆ ਤੁਸੀਂ ਥੋੜੀ ਹਰ ਫਲੇਵਰ ਦੇ ਬਾਰੇ ਕਹਿ ਲਓ, ਹਰ ਮੋਡਿਊਲ ਦੇ ਥੋੜੇ ਫਲੇਵਰ ਆਏ ਦਿੱਤੇ ਆ। ਬਟ ਮੈਂ ਚਾਹਾਂਗਾ ਕਿ ਆਪਾਂ ਇੱਕ ਤਾਂ ਨੈਕਸਟ ਵੀਡੀਓ ਦੇ ਵਿੱਚ ਜਦੋਂ ਵੀ ਆਪਾਂ ਕਰੀਏ, ਜਦੋਂ ਤੁਹਾਨੂੰ ਸੱਦੀਏ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਬੱਚਿਆਂ ਨੂੰ ਥੋੜਾ ਸਪੈਸੀਫਿਕਲੀ ਇੱਕ ਰੀਡਿੰਗ ਦੇ ਉੱਤੇ ਆਪਾਂ ਇਕੱਲਾ ਦਈਏ ਜਾਂ ਫਿਰ ਇੱਕ ਰਾਈਟਿੰਗ ਦੇ ਉੱਤੇ ਪੂਰਾ ਆਪਾਂ ਗੱਲ ਡਿਸਕਸ਼ਨ ਕਰੀਏ। ਬਿਲਕੁਲ। ਸੋ ਕੀ ਇਹਦੇ ਬਾਰੇ ਤੁਹਾਡਾ ਖਿਆਲ ਹੈਗਾ? ਐਬਸੋਲੂਟਲੀ। ਅਸੀਂ ਕਾਫੀ ਮਤਲਬ ਹਰ ਮੋਡਿਊਲ ਲਈ ਅੱਛਾ ਕੰਟੈਂਟ ਕ੍ਰੀਏਟ ਕਰ ਸਕਦੇ ਹਾਂ, ਥੋੜੇ ਜਿਹੇ ਇਸ ਤਰ੍ਹਾਂ ਦੇ ਟਿਪਸ ਲਿਆ ਸਕਦੇ ਹਾਂ ਵਿਦ ਪ੍ਰੈਕਟਿਸ ਜਿਹੜੇ ਕਿ ਬੱਚਿਆਂ ਨੂੰ ਹੈਲਪ ਕਰਨਗੇ ਹਰ ਮੋਡਿਊਲ ਲਈ। ਬੇਸ਼ੱਕ ਅਸੀਂ 2 ਮੋਡਿਊਲਸ ਇਕੱਠੇ ਇੱਕ ਪੋਡਕਾਸਟ ਵਿੱਚ ਕਵਰ ਕਰ ਸਕਦੇ ਹਾਂ। ਹੋਰ ਇੱਕ ਓਵਰਆਲ ਮਤਲਬ ਇੱਕ ਕਲਚਰ ਟ੍ਰੇਨਿੰਗ ਵੀ ਦੇ ਸਕਦੇ ਹਾਂ ਉਹਨਾਂ ਨੂੰ ਕਿ ਭਈਆ ਜਦੋਂ ਉਹਨਾਂ ਨੇ ਇੱਥੇ ਆਉਣਾ ਹੈ, ਮੰਨ ਲਓ ਉਹਨਾਂ ਦੇ ਬੈਂਡਸ ਆ ਗਏ, ਉੱਥੇ ਆ ਗਏ, ਸੋ ਕਿਸ ਤਰ੍ਹਾਂ ਦੀ ਹੈਂਡ ਹੋਲਡਿੰਗਸ, ਕਿਸ ਤਰ੍ਹਾਂ ਦੇ ਸਟਰਗਲਸ ਨੇ, ਕਿਸ ਤਰ੍ਹਾਂ ਦੇ ਚੈਲੰਜਸ ਨੇ, ਹਰ ਚੀਜ਼ ਕਵਰ ਕੀਤੀ ਜਾ ਸਕਦੀ ਹੈ ਬਿਕਾਜ਼ ਦੇयर ਇਜ਼ ਸੋ ਮਚ ਦੈਟ that's missing out even now। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਹੀ ਜਲਦੀ ਅਸੀਂ ਉਹ ਵੀਡੀਓਜ਼ ਵੀ ਲੈ ਕੇ ਆਵਾਂਗੇ ਤੁਹਾਡੇ ਲਈ। ਨਾਟ ਜਸਟ ਦੈਟ, ਮੈਂ ਇੱਕ ਹੋਰ ਰਿਕੁਐਸਟ ਵੀ ਕਰਾਂਗਾ ਤੁਹਾਨੂੰ, ਕਿਉਂਕਿ ਆਇਲਸ ਜਿਹੜੀ ਆ ਕੱਲੀ ਹੁਣ ਕੈਨੇਡਾ ਦੇ ਵਿੱਚ ਕੱਲੀ ਏਜ ਰਜਿਸਟ ਨਹੀਂ ਕਰੇਗੀ, ਉਸ ਤੋਂ ਬਾਅਦ ਹੁਣ ਜਿਹੜੀ ਹੈ ਪੀਟੀ ਵੀ ਆ ਰਹੀ ਹੈ। ਸੋ ਬਹੁਤ ਸਾਰੇ ਸਟੂਡੈਂਟਸ ਨੇ, ਚਲੋ ਜਿਹੜੇ ਆਸਟ੍ਰੇਲੀਆ ਵਿੱਚ ਨੇ ਉਹਨਾਂ ਨੂੰ ਪਤਾ ਹੈ, ਉੱਥੇ ਕਰ ਰਹੇ ਨੇ, ਕਾਫੀ ਚਿਰ ਤੋਂ ਇੰਟਰੋਡਿਊਸ ਹੋਈ ਹੈ, ਬਟ ਲੇਕਿਨ ਹੁਣ ਜਦੋਂ ਕੈਨੇਡਾ 'ਚ ਵੀ ਸਟੱਡੀ ਵੀਜ਼ੇ ਲਈ ਇੰਟਰੋਡਿਊਸ ਹੋ ਚੁੱਕੀ ਹੈ, ਵਾਈ ਨਾਟ ਕਿ ਆਪਾਂ ਇੱਕ ਆਪਣੇ ਸੁਣਨ ਵਾਲਿਆਂ ਲਈ ਇੱਕ ਐਸੀ ਵੀਡੀਓ ਵੀ ਲੈ ਕੇ ਆਈਏ ਜਿਹਦੇ ਵਿੱਚ ਆਪਾਂ ਸਿਰਫ ਆਇਲਸ ਤੇ ਪੀਟੀ ਨੂੰ ਡਿਸਟਿੰਗੁਇਸ਼ ਕਰਕੇ ਦੱਸੀਏ ਬੱਚਿਆਂ ਨੂੰ, ਤਾਂ ਕਿ ਥੋੜੀ ਜਿਹੀ ਉਹਨਾਂ ਨੂੰ ਅੰਡਰਸਟੈਂਡਿੰਗ ਹੋਵੇ। ਕੀ ਲੱਗਦਾ ਤੁਹਾਨੂੰ ਇਸ ਬਾਰੇ? ਐਕਚੁਅਲੀ ਮੁਕੁਲ, ਮੈਂ ਹੁਣੇ ਤੱਕ ਜਿੰਨੇ ਵੀ ਥੋੜ੍ਹੀ ਜਿਹੀ ਅਸੈਸਮੈਂਟ ਕੀਤੀ ਹੈ, ਜਿਹੜੇ ਕੋਚਿੰਗ ਸੈਸ਼ਨਸ ਆਲਰੇਡੀ ਚੱਲ ਰਹੇ ਆ ਬੱਚਿਆਂ ਦੇ ਕਿਤੇ ਹੋਰ ਕਈ ਜਗ੍ਹਾ, ਮੈਨੂੰ ਇਹ ਲੱਗਦਾ ਹੈ ਕਿ ਬੱਚੇ ਦੇ ਉੱਤੇ ਕੁਝ ਵੀ ਥੋਪਣਾ ਨਹੀਂ ਚਾਹੀਦਾ। ਉਹਦੀ ਸਭ ਤੋਂ ਪਹਿਲੇ ਆਈਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਕਿ ਉਹ ਬੱਚੇ ਦਾ ਲੈਵਲ ਕੀ ਹੈ, ਉਹ ਕਿੱਥੇ ਪਹੁੰਚਦਾ ਹੈ। ਬਿਲਕੁਲ, ਰਾਈਟ। ਉਹਦੇ ਬੇਸਿਸ 'ਤੇ ਤੁਸੀਂ ਉਹਦੇ ਲਈ ਇੱਕ ਕਸਟਮਾਈਜ਼ ਪੈਕੇਜ ਤਿਆਰ ਕਰੋ ਤਾਂ ਕਿ ਤੁਸੀਂ ਉਹਦੀ ਰਿਕੁਆਇਰਮੈਂਟਸ ਨੂੰ ਫੁਲਫਿਲ ਕਰੋ, ਨਾ ਕਿ ਸਿਰਫ ਇੱਕ ਕੁਕੀ ਕਟਰ ਜੌਬ ਕਰੋ ਕਿ ਜੀ ਅਸੀਂ ਆਇਲਟਸ ਦੇ ਕੋਚ ਹੈ, ਸਾਨੂੰ ਇੰਗਲਿਸ਼ ਬੋਲਣੀ ਵੀ ਆਉਂਦੀ ਹੈ, ਸਿਖਾਉਣੀ ਵੀ ਆਉਂਦੀ ਹੈ, ਤੇ ਚਲੋ ਜੀ ਬਸ ਕੰਮ ਡਨ ਹੋ ਗਿਆ, ਰਾਈਟ। ਸੋ ਇਟ ਸ਼ੁਡ ਨਾਟ ਬੀ ਲਾਈਕ ਦੈਟ। ਤੇ ਮੈਨੂੰ ਇਸ ਕਰਕੇ ਇਹ ਲੱਗਦਾ ਹੈ ਕਿ ਹਰ ਬੱਚੇ ਦੀ ਰਿਕੁਆਇਰਮੈਂਟ ਕਿਉਂਕਿ ਅਲੱਗ ਹੈ, ਤਾਂ ਉਹਨੂੰ ਤੁਸੀਂ ਸੋਲਿਊਸ਼ਨ ਸੇਮ ਨਹੀਂ ਦੇ ਸਕਦੇ, ਰਾਈਟ। ਹਰ ਬੱਚੇ ਦਾ ਸੋਲਿਊਸ਼ਨ, ਹਰ ਬੱਚਾ ਆਪਣਾ ਇੱਕ ਅਲੱਗ ਸੋਲਿਊਸ਼ਨ ਮੰਗਦਾ ਹੈ, ਇਸ ਕਰਕੇ ਇਹ ਆਈਡੈਂਟੀਫਿਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਆਫ ਕੋਰਸ ਪੀਟੀ we are fully equipped with that coaching as well, so anybody who would like to join the sessions, they're more than welcome to do so। ਪਰਫੈਕਟ। ਸੋ ਤੁਹਾਡੇ ਲਈ ਬਹੁਤ ਖੁਸ਼ਖਬਰੀ ਦੀ ਗੱਲ ਹੈਗੀ ਹੈ ਕਿ ਪੀਟੀ ਦੇ ਉੱਤੇ ਵੀ ਸੈਸ਼ਨਸ ਦੇਣਗੇ। ਐਕਸਪਰਟਸ ਨੇ ਸਾਡੇ ਇੰਡਸਟਰੀ 'ਚ ਕੰਮ ਕਰ ਰਹੇ ਨੇ ਬਹੁਤ ਚਿਰ ਤੋਂ, ਆਇਲਸ ਇੰਡਸਟਰੀ ਨੂੰ ਤਾਂ ਆਲਰੇਡੀ ਕਰੈਕ ਕੀਤਾ ਹੋਇਆ, ਹੁਣ ਪੀਟੀ ਵਾਸਤੇ ਵੀ ਕੋਚਿੰਗ ਤੁਸੀਂ ਸਿਟਸ ਐਡਵਾਈਜ਼ਰੀ ਤੋਂ ਲੈ ਸਕਦੇ ਹੋ। ਬਾਕੀ ਜਿਨ੍ਹਾਂ ਨੂੰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਕੰਟੈਕਟ ਕਰ ਸਕਦੇ ਆ ਮੈਨੂੰ 2362332233 ਉੱਤੇ WhatsApp ਮੈਸੇਜ ਭੇਜ ਸਕਦੇ ਹੋ, ਕਾਲ ਕਰ ਸਕਦੇ ਹੋ। ਪਲੱਸ ਤੁਸੀਂ ਸਿੱਧੀ ਡਾਇਰੈਕਟ ਗੱਲ ਕਰਨਾ ਚਾਹੁੰਦੇ ਹੋ ਅੰਮੀ ਜੀ ਨਾਲ, ਉਹਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਡਾਇਰੈਕਟ ਇਹਨਾਂ ਨੂੰ ielts@setsadvisory.com। anything related to accounting you can just email me at accounting@setsadvisory.com। ਬਣੇ ਰਹੋ। ਵੀਡੀਓਜ਼ ਤੁਹਾਨੂੰ ਦੱਸੀਆਂ ਹੈਗੀਆਂ, ਹੋਰ ਬਹੁਤ ਸਾਰੀਆਂ ਆ ਰਹੀਆਂ ਨੇ related to IELTS, immigration, and we're planning to get some stuff out for related to HR। so ਗੱਲ ਜਲਦੀ ਕਰਾਂਗੇ। ਧਿਆਨ ਰੱਖੋ ਆਪਣਾ। have a good day।